ਸ਼੍ਰੀ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰੋ ਅੰਗਦ ਦੋਖ ਨਿਕੰਦਨ ਅਮਰਦਾਸ ਗੁਰ ਹਿਰਦੇ ਧਿਆਵਾਂ ਜੀ ਹਿਰਦੇ ਧਿਆਵਾਂ। ਸ਼੍ਰੀ ਗੁਰ ਰਾਮਦਾਸ ਗੁਣ ਗਾਵਾਂ। ਸ਼੍ਰੀ ਅਰਜਨ ਬਿਘਨਨ ਕੇ ਨਾਸ਼ਕ ਜੀ ਬਿਘਨਨ ਕੇ ਨਾਸ਼ਕ। ਹਰਿ ਗੋਬਿੰਦ ਸ਼ੁਭ ਸੁਮਤਿ ਪ੍ਰਕਾਸ਼ਕ। ਸ਼੍ਰੀ ਹਰਿ ਰਾਇ ਨਮੋ ਕਰ ਜੋਰੀ ਜੀ ਨਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ। ਸ਼੍ਰੀ ਗੁਰ ਗੋਬਿੰਦ ਸਿੰਘ ਬਿਸਾਲਾ। ਤਰੋਂ ਤਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵਿਰਾਗ। ਗੁਰੂ ਗ੍ਰੰਥ ਸਾਹਿਬ ਓਦਦ ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕਉ ਬੰਦਨਾ ਸਿਰ ਚਰਨਨ ਪਰ ਧਾਰ। ਤਿਨ ਸੰਤਨ ਕਉ ਬੰਦਨਾ ਸਿਰ ਚਰਨਨ ਪਰ ਧਾਰ। ਸਤਿਨਾਮ ਵਾਹਿਗੁਰੂ ਸਾਹਿਬ ਜੀਓ। ਲਗ ਨੌਬਤ ਆਏ ਸਦਈ ਦਿਨ ਰੈਨ ਬਜਾਵੋ। ਤੂਤੀ ਅਪਰਨ ਫੀਰੀਆਂ ਨਿਜ ਸੰਗ ਮਿਲਾਵੋ। ਡਫ ਬਾਜਤ ਜੁਤ ਬੰਸਰੀ ਬੱਡ ਤੌਂ ਸੁਗਹੀਰੰ। ਪਟਹਿ ਪ੍ਰਣਵ ਕੀ ਧੁਨ ਉਠਹਿ ਸੁਨ ਹੋਵਹਿ ਪੀਰੰ। ਲਗ ਨਾਬਤ ਆਇ ਸਦਈ ਦਿਨ ਰੈਨ ਬਜਾਵੋ। ਤੂਤੀ ਅਪਰਨ ਫੀਰੀਆਂ ਨਿਜ ਸੰਗ ਮਿਲਾਵੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਵਾਜ ਪਤਿਤ ਪਾਵਨ ਭਗਤ ਵਛਲ ਦਇਆ ਨਿਧ ਕਿਰਪਾ ਦੇ ਖਜ਼ਾਨੇ। ਨੇਚਲ ਚੌਰ ਛਤਰ ਤਖਤ ਕੇ ਮਾਲਕ ਊਚ ਅਪਾਰ ਬੇਅੰਤ ਸੁਆਮੀ ਦੀਨਾ ਬੰਧੂ ਗਹਿਰ ਗੰਭੀਰ ਧੰਨ ਧੰਨ ਸਾਹਿਬ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਸਾਜ ਰਹੇ ਪਾਵਨ ਪਵਿੱਤਰ ਦੀਵਾਨ ਅੰਦਰ ਹਜ਼ੂਰ ਦੇ ਖੁੱਲ੍ਹੇ ਦਰਸ਼ਨ ਦੀਦਾਰ ਕਰਦਿਆਂ ਹੋਇਆਂ ਨਿਤਾ ਪ੍ਰਤੀ ਨੇਤਰਾਂ ਨੂੰ ਸਫਲਿਆਂ ਕਰੀਦਾ ਹੈ। ਵਡਭਾਗੇ ਹਾਂ ਜੋ ਬੜੀ ਦਇਆ ਮਿਹਰਾਮਤ ਸਦਕਾ
ਪਾਵਨ ਪਵਿੱਤਰ ਦੀਵਾਨ ਦੀਆਂ ਹਾਜ਼ਰੀਆਂ ਭਰ ਕਰਕੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਮਹਾਰਾਜ ਦੇ ਘਰ ਦੀ ਸੋਭਾ ਸੇਵਤ ਸਲਾਘਾ ਸ਼ਰਵਣ ਕਰਦਿਆਂ ਹੋਇਆਂ ਨਿਤਾ ਪ੍ਰਤ ਆਪਣੇ ਸਮੇਂ ਨੂੰ ਸਵਾਸਾਂ ਨੂੰ ਸਫਲ ਬਣਾ ਰਹੇ ਹਾਂ। ਕੱਲ੍ਹ ਦੀਵਾਨ ਵਿੱਚ ਜਥਾ ਪ੍ਰਸੰਗ ਆਪਾਂ ਸ਼ਰਵਣ ਕੀਤਾ ਹੈ ਸੀ ਕਿ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਆਨੰਦ ਕਾਰਜ ਧੰਨ ਗੁਰੂ ਅਰਜਨ ਦੇਵ ਜੀ ਸਾਹਿਬ ਮਹਾਰਾਜ ਜੀਆਂ ਨੇ ਮਾਘ ਮਹੀਨੇ ਦੀ 10 ਸੁਦੀ ਦਾ ਬੰਨਣਾ ਕੀਤਾ। ਮਾਘ ਸੁਦੀ 10 ਔਰ ਜਦੋਂ ਸਤ ਸੰਗਤ ਜੀ ਕੋਈ ਮਹੀਨਾ ਹੋਰ ਲੰਘ ਗਿਆ, ਕਿਉਂਕਿ ਵਿਵਾਹ ਜਿਹੜਾ ਉਹ ਕਰੀਬ ਜਿਵੇਂ ਕੱਤੇ ਦੇ ਮਹੀਨੇ ਵਿੱਚ ਬੱਝਾ ਸੀ, ਔਰ ਪੋਹ ਦਾ ਮਹੀਨਾ ਚੜ੍ਹਨ 'ਤੇ ਮਹਾਰਾਜ ਨੇ ਸਿੱਖਾਂ ਨੂੰ ਆਦੇਸ਼ ਦਿੱਤੇ ਵੀ ਬੜੇ ਜ਼ੋਰ ਸ਼ੋਰ ਦੇ ਨਾਲ ਤਿਆਰੇ ਕਰਨੇ ਆਰੰਭ ਕਰ ਦਿਓ, ਕਿਉਂਕਿ ਦੂਰ ਦਰੇਡਿਆਂ ਤੋਂ ਬੜੀ ਭਾਰੀ ਸੰਗਤ ਜੁੜਨ ਵਾਲੀ ਹੈ। ਸਾਹਿਬਜ਼ਾਦੇ ਦੇ ਵਿਵਾਹ 'ਤੇ ਸਲਾਹ ਵਾਸਤੇ ਪਾਤਸ਼ਾਹ ਨੇ ਬਾਬਾ ਮੋਹਨਦੀਪ ਜੀ ਨੂੰ ਪਾਸ ਬੁਲਾਇਆ। ਆਪ ਤੋਂ ਵੱਡੇ ਭਰਾ ਹਨ ਔਰ ਸਿਆਣੇ ਸਮਝ ਕੇ ਆਪਸ ਵਿੱਚ ਸਲਾਹ ਮਸ਼ਵਰਾ ਕੀਤਾ ਔਰ ਮਹਾਰਾਜ ਨੇ ਆਖਿਆ, ਬਾਬਾ ਮਹਾਦੇਵ ਜੀ ਤੁਸੀਂ ਭਲੀ ਪ੍ਰਕਾਰ ਜਾਣੂ ਹੋ, ਆਪਣੇ ਦੋਹਾਂ ਦੇ ਵੱਡੇ ਭਰਾ ਤਾਂ ਬਾਬਾ ਪ੍ਰਿਥੀ ਚੰਦ ਜੀ, ਜੋ ਦਿਲ ਵਿੱਚ ਬੜਾ ਜਿਹੜਾ ਈਰਖਾ ਵੈਰ ਵਧਾ ਕਰਕੇ ਸਾਥੋਂ ਦੂਰ ਹੋ ਬੈਠੇ ਹਨ, ਅਤੇ ਉਹਨਾਂ ਦੀ ਬਾਬਤ ਕਿਵੇਂ ਕਰਨਾ ਚਾਹੀਦਾ ਹੈ, ਜੇ ਆ ਜਾਣ ਤਾਂ ਬੜੀ ਖੁਸ਼ੀ ਹੋਵੇ। ਬਾਬਾ ਮਹਾਦੇਵ ਜੀ ਆਖਿਆ, ਇਹ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ, ਉਹਦਾ ਸੁਭਾਅ ਹੀ ਹੈ ਈਰਖਾ ਕਰਨਾ, ਤੁਸੀਂ ਛੋਟੇ ਭਰਾ ਹੋਣ ਦਾ ਫਰਜ਼ ਨਿਭਾਓ, ਪ੍ਰਿਥੀ ਚੰਦ ਨੂੰ ਜ਼ਰੂਰ ਗੰਢ ਸੱਦਾ ਪੱਤਰ ਭੇਜੋ। ਪਾਤਸ਼ਾਹ ਮਹਾਰਾਜ ਨੇ ਸਤ ਸੰਗ ਜੀ 2-4 ਸਿੱਖ ਖੁੱਲ੍ਹੀ ਮਠਿਆਈ ਦੇ ਕੇ ਔਰ ਸੱਦਾ ਪੱਤਰ ਦੇ ਕੇ ਰਵਾਨਾ ਕੀਤੇ। ਪ੍ਰਿਥੀ ਚੰਦ ਉਹਨਾਂ ਦਿਨਾਂ ਦੇ ਵਿੱਚ ਬਠਿੰਡਾ, ਇਹ ਮਾਲਵੇ ਜੰਗਲ ਦੇਸ਼ ਵਿੱਚ ਜੋ ਗੁਰੂ ਕਾ ਜਾਂ ਕੋਠੇ ਜਾਂ ਸੋਢੀਆਂ ਦੇ ਕੋਠੇ ਵੱਜਦੇ ਆ, ਇੱਥੇ ਰਹਿ ਰਿਹਾ ਸੀ। ਇਹ ਪਿੰਡ ਇਹਨੂੰ ਜਹਾਂਗੀਰ ਵੱਲੋਂ ਮਿਲਿਆ। ਇਸ ਪਿੰਡ ਵਿੱਚ ਰਹਿੰਦੇ ਹੋਏ ਦੇ ਪਾਸ ਸਿੱਖ ਪਹੁੰਚੇ, ਇਹਨਾਂ ਨਮਸਕਾਰ ਕੀਤੀ, ਮਠਿਆਈ ਅੱਗੇ ਰੱਖ ਦਿੱਤੀਆਂ, ਗੰਢਾਂ ਲਿਆ ਕਰਕੇ ਪੱਤਰਕਾ ਪੜ੍ਹਾਈ। ਪ੍ਰਿਥੀ ਚੰਦ ਪੱਤਰਕਾ ਪੜ੍ਹ ਕੇ ਹਰਗੋਬਿੰਦ ਸਾਹਿਬਜ਼ਾਦੇ ਦਾ ਵਿਵਾਹ ਸੁਣ ਕੇ ਸਣ ਕੱਪੜੀ ਬਲ ਉੱਠਿਆ, ਕਹਿਣ ਲੱਗਾ, ਕਿਹੜੇ ਭਰਾ ਦੀ ਗੱਲ ਕਰਦੇ ਹੋ? ਅਸੀਂ ਅਰਜੁਨ ਦੇ ਵਾਸਤੇ ਬੜੇ ਸਮੇਂ ਦੇ ਮਰ ਚੁੱਕੇ ਹਾਂ, ਉਹ ਮੇਰਾ ਭਰਾ ਨਹੀਂ, ਹੁਣ ਦੁਸ਼ਮਣ ਹੈ, ਜਿਹਨੇ ਮੈਨੂੰ ਜਲੀਲ ਕਰਕੇ ਅੰਮ੍ਰਿਤਸਰ ਸ਼ਹਿਰ 'ਚੋਂ ਕਢਾਇਆ ਹੈ, ਮੇਰੇ 'ਤੇ ਬੜੀਆਂ ਵੱਡੀਆਂ ਵੱਡੀਆਂ ਤੋਹਮਤਾਂ ਲਵਾਈਆਂ ਨੇ। ਹੁਣ ਹੈ ਤਾਂ ਆਪ ਖੋਟਾ, ਪਰ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦੀ ਬਾਬਤ ਇਸ ਤਰ੍ਹਾਂ ਬੋਲਦਾ ਰਿਹਾ। ਇਹਨੇ ਸਾਧ ਸੰਗਤ ਜੀ ਸਦੇ ਵਾਲੀ ਪੱਤਰੀ ਅਤੇ ਗੰਢਾਂ ਵੀ ਵਾਪਸ ਕਰ ਦਿੱਤੀਆਂ ਸੀ। ਆਖਿਆ, ਮੈਂ ਨਹੀਂ ਜਾਵਾਂਗਾ, ਮੇਰਾ ਚੰਦੂ ਨਾਲ ਮੇਲ ਮਿਲਾਪ ਹੈ, ਅਤੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਚੰਦੂ ਦੀ ਪੁੱਤਰੀ ਦਾ ਰਿਸ਼ਤਾ ਮੋੜਿਆ, ਮੈਂ ਉਹਨਾਂ ਕਰਕੇ ਕਿਉਂ ਸ਼ਾਹੀ ਹਕੂਮਤ ਨੂੰ ਆਪਦਾ ਵੈਰੀ ਬਣਾਵਾਂ। ਇਹ ਸੋਚ ਕਰਕੇ ਹੀ ਜਿਹੜਾ ਇਹ ਪ੍ਰਿਥੀ ਚੰਦ ਤੇ ਨੇ ਸਦੇ ਤੋਂ ਆਪਣਾ ਜਾਣ ਤੋਂ ਜਵਾਬ ਦੇ ਦਿੱਤਾ। ਉਸ ਤੋਂ ਬਾਅਦ ਸਿੱਖ ਮੋੜ ਆਏ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਸੁਣ ਕੇ ਬੜੇ ਜਿਹੜੇ ਗਮਗੀਨ ਹੋਏ। ਹਜ਼ੂਰ ਚੁੱਪ ਰਹੇ, ਵੀ ਜਾਣਿਆ ਵੀ ਪ੍ਰਿਥੀ ਚੰਦ ਦਾ ਸੁਭਾਅ ਹੀ ਐਸਾ ਹੈ। ਫਿਰ ਮਹਾਰਾਜ ਨੇ ਗੋਇੰਦਵਾਲ ਆਪਣੇ ਨਾਨਕਿਆਂ ਨੂੰ ਅਤੇ ਧੰਨ ਗੁਰੂ ਅੰਗਦ ਦੇਵ ਮਹਾਰਾਜ ਦੇ ਨਗਰ ਖਡੂਰ ਸਾਹਿਬ ਵੀ ਸੱਦੇ ਪੱਤਰ ਅਤੇ ਗੰਢਾਂ ਭੇਜ ਦਿੱਤੀਆਂ। ਮਾਤਾ ਗੰਗਾ ਜੀ ਦੇ ਪੇਕੇ ਮਾਝੇ ਵਿੱਚ ਜੋ ਮਾਓ ਪਿੰਡ ਹੈ, ਇੱਥੇ ਮਹਾਰਾਜ ਨੇ ਸੱਦੇ ਪੱਤਰ ਗੰਢਾਂ ਭੇਜੀਆਂ। ਜਿੱਥੇ ਜਿੱਥੇ ਵੀ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਵਿਆਹ ਦੀ ਖਬਰ ਜਾਂਦੀ, ਸਾਰੀਆਂ ਸੰਗਤਾਂ ਚਾਅ ਖੁਸ਼ੀ ਨਾਲ ਝੂਮ ਉੱਠਦੀਆਂ। ਇਸ ਤਰ੍ਹਾਂ ਸਾਧ ਸੰਗਤ ਜੀ, ਉਹਨਾਂ ਸਮਿਆਂ ਵਿੱਚ ਕੋਈ ਸਾਧਨ ਹੈ ਨਹੀਂ ਬਹੁਤੇ,
ਤੇ ਵਿਆਹ ਵਾਸਤੇ ਸਮਾਂ ਵੀ ਖੁੱਲ੍ਹਾ ਹੁੰਦਾ ਸੀ ਤੇ ਪਹਿਲਾਂ ਹੀ ਆਉਣੇ ਸ਼ੁਰੂ ਹੋ ਗਏ ਸਾਰੇ, ਜਿਹਦੇ ਵਿੱਚ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਨਾਨਾ ਕ੍ਰਿਸ਼ਨ ਚੰਦ ਤੇ ਨਾਨੀ ਧਨਵੰਤੀ ਜੀ ਪਹੁੰਚੇ। ਦੋਤੇ ਦਾ ਵਿਆਹ ਵੇਖਣ ਅੰਮ੍ਰਿਤਸਰ ਸਾਹਿਬ ਬੜੀਆਂ ਖੁਸ਼ੀਆਂ ਮਨਾਉਂਦੇ ਹੈ। ਹਰਗੋਬਿੰਦ ਸਾਹਿਬ ਮਹਾਰਾਜ ਨੂੰ ਗਲ ਨਾਲ ਲਾ ਲਾ ਕੇ ਚਾਅ ਮਨਾਉਂਦੇ ਹੈ। ਹੋਰ ਵੀ ਜਿਵੇਂ ਜਿਵੇਂ ਸਾਧ ਸੰਗਤ ਜੀ ਪਤਾ ਚੱਲਦਾ ਹੈ, ਜਿਵੇਂ ਖਡੂਰ ਸਾਹਿਬ ਵਾਲੀ ਸੰਗਤ ਤੇ ਮਹਾਰਾਜ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਨਾਨਕਾ ਪਿੰਡ ਗੋਇੰਦਵਾਲ ਵਾਲੇ ਸਾਰੇ ਗੁਰੂ ਅਮਰਦਾਸ ਮਹਾਰਾਜ ਦੇ ਅੰਸ਼ ਵੰਸ਼ ਵਾਲੇ ਜਿੰਨੇ ਸਾਹਿਬਜ਼ਾਦੇ ਮਾਈ ਭਾਈ ਸਾਰੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਆਨੰਦ ਕਾਰਜ 'ਤੇ ਪਹੁੰਚ ਰਹੇ ਹੈ। ਤੋ ਬੜਾ ਜਿਵੇਂ ਮਾਹੌਲ ਸੁੰਦਰ ਬਣਿਆ। ਅੱਗੇ ਬਰਾਤ ਦੀ ਤਿਆਰੀ ਹੋਈ, ਬਰਾਤ ਦਾ ਚੜ੍ਹਨਾ, ਇਹ ਸੋਹਣਾ ਪ੍ਰਸੰਗ ਕਵੀ ਜੀ ਅੱਜ ਆਰੰਭ ਕਰਨਗੇ। ਆਪਾਂ ਚਿੱਤ ਬਿਰਤੀਆਂ ਇਕਾਗਰ ਕਰੀਏ। ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਿਨ੍ਹਾਂ ਦੀ ਯਾਦ ਵਿੱਚ ਸਾਧ ਸੰਗਤ ਜੀ ਆਪਾਂ ਸਾਰੀ ਸੰਗਤ ਨੇ ਸੁੰਦਰ ਦਰਬਾਰ ਤਿਲ ਫੁੱਲ ਲਾ ਕਰਕੇ ਖੜਾ ਕੀਤਾ। ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨ ਪਰਸਦੇ ਹਾਂ। ਜਿਸ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਨਾਮ 'ਤੇ ਇਹ ਪਾਵਨ ਪਵਿੱਤਰ ਆਪਣੇ ਨਗਰ ਦੇ ਦਰਬਾਰ ਦਾ ਨਾਮ ਹੈ। ਜਿਸ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਯਾਦ ਵਿੱਚ ਸੁੰਦਰ ਦਰਬਾਰ ਬਣਿਆ। ਐਸੇ ਮੀਰੀ ਪੀਰੀ ਦੇ ਪਾਤਸ਼ਾਹ ਆਜਾਨ ਬਾਹੋ ਬੰਦੀ ਛੋੜ ਦਾਤਾ ਜੀਆਂ ਦੇ ਪਾਵਨ ਪਵਿੱਤਰ ਜੀਵਨ ਦੀ ਕਥਾ ਚੱਲ ਰਹੀ ਹੈ। ਵਿਆਹ ਦਾ ਪ੍ਰਸੰਗ ਅਜ ਆਰੰਭ ਹੋ ਰਿਹਾ ਹੈ। ਤੋ ਚਿੱਤ ਬਿਰਤੀਆਂ ਇਕਾਗਰ ਕਰੋ। ਗਰੀਬ ਨਵਾਜ ਮਹਾਰਾਜ ਦੇ ਚਰਨਾਂ ਵਿੱਚ ਸ਼ੀਸ਼ ਨਵਾ ਅਸੀਸ ਬਖਸ਼ੋ ਜੀ। ਆਖੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਲਗ ਨੌਬਤ ਵਾਇਸ ਦਈ। ਉਹ ਪਾਤਸ਼ਾਹ ਮਹਾਰਾਜ ਗਰੀਬ ਨਵਾਜ ਜੀਆਂ ਦੇ ਘਰ ਵਿੱਚ ਬਹੁਤ ਸੁੰਦਰ ਜਿਹੜਾ ਉਹ ਖੁਸ਼ੀ ਦਾ ਮਾਹੌਲ ਹੈ। ਕਿਧਰੇ ਸਾਧ ਸੰਗਤ ਜੀ ਸੰਗਤਾਂ ਸਿੱਖ ਤਿਆਰੀਆਂ ਕਰਦੇ। ਮਹਾਰਾਜ ਨੇ ਨਾਲ ਬਰਾਤ 'ਤੇ ਲਿਜਾਣ ਵਾਸਤੇ ਜਿਹੜੇ ਤੰਬੂ ਚਾਹੀਦੇ ਆ, ਕਿਉਂਕਿ ਰਸਤੇ ਵਿੱਚ ਪੜਾਅ ਕਰ ਕਰਕੇ ਬਰਾਤ ਪਹੁੰਚਦੀ ਆ ਗੱਡਿਆਂ ਦੇ ਉੱਪਰ। ਹੁਣ ਵਾਲੀ ਮੌਜ ਨਹੀਂ ਹੈ ਸੀ। ਅਤੇ ਹੋਰ ਕਨਾਤਾਂ, ਤੰਬੂ, ਚੋਭਾਂ, ਜਰੀਦਾਰ, ਸੁੰਦਰ ਚੰਦੋਏ, ਸ਼ਮਿਆਨੇ ਮਹਾਰਾਜ ਨੇ ਨਵੇਂ ਬਣਵਾਉਣ ਵਾਸਤੇ ਮਸੰਦਾਂ ਨੂੰ ਆਗਿਆ ਕੀਤੀ ਹੈ। ਨਾਲ ਹੀ ਨਾਲ ਜਿਹੜੇ ਪਾਤਸ਼ਾਹ ਦੇ ਘਰ ਵਿੱਚ ਉਹ ਕੋਈ ਛੋਟੇ ਨਗਾਰੇ ਵੱਜਣੇ ਹੈ, ਉਹਨਾਂ ਨੂੰ ਦਿਨ ਰਾਤ ਵਜਾਉਣ ਵਾਸਤੇ ਪਾਤਸ਼ਾਹ ਜੀ ਨੇ ਆਗਿਆ ਕੀਤੀ ਹੈ। ਦਿਨ ਰੈਨ ਬਜਾਵੋ। ਆਖਿਆ ਮਸੰਦਾਂ ਨੂੰ ਵੀ ਜਿਹੜੇ ਨਗਾਰਚੀ ਹੈ, ਨਗਾਰੇ ਵਜਾਉਣ ਵਾਲੇ, ਸ਼ਹਿਨਾਈਆਂ ਵਜਾਉਣ ਵਾਲੇ ਹੈ, ਉਹਨਾਂ ਨੂੰ ਆਖੋ ਵੀ ਹੁਣ ਸ਼ਹਿਨਾਈਆਂ ਨਗਾਰੇ ਬੰਦ ਨਹੀਂ ਹੋਣੇ ਚਾਹੀਦੇ। ਵਿਆਹ ਆਰੰਭ ਹੁੰਦਿਆਂ ਹੀ ਵੱਜਣੇ ਸ਼ੁਰੂ ਹੋ ਜਾਣ। ਦਿਨ ਰਾਤ ਨਗਾਰੇ ਧੌਂਸੇ ਵੱਜਦੇ ਰਹਿਣੇ ਚਾਹੀਦੇ ਆ। ਤੂਤੀ ਅਪਰ ਨਫੀਰੀਆਂ। ਬੜੀਆਂ ਤੂਤੀਆਂ ਤੇ ਜਿਹੜੀਆਂ ਕੋ ਨਫੀਰੀਆਂ ਸੁੰਦਰ ਆਵਾਜ਼ ਵਾਲੀਆਂ ਨੇ, ਨਿਜ ਸੰਗ ਮਿਲਾਵੋ। ਉਹ ਵੀ ਨਾਲ ਮਿਲਾ ਮਿਲਾ ਕੇ ਵਜਾਉਣੀਆਂ ਹਨ। ਡਫ ਬਾਜਤ ਜੁਤ ਬੰਸਰੀ। ਜਿਹੜੇ ਡੰਫਾਂ ਵੱਜਣ ਨਾਲ ਬੰਸਰੀ ਦੇ ਸਹਿਤ ਇਸੇ ਤਰ੍ਹਾਂ ਹੀ ਵੱਡ ਧੌਂਸ ਗਹੀਰੰ। ਵੱਡੇ ਵੱਡੇ ਧੌਂਸੇ ਜਿਨ੍ਹਾਂ ਦੀ ਬੜੀ ਡਾਢੀ ਆਵਾਜ਼ ਹੁੰਦੀ ਹੈ, ਉਹਨਾਂ ਦੀ ਉਹ ਵੀ ਵੱਜਣੇ ਚਾਹੀਦੇ ਹਨ। ਸਭ ਆਗਿਆ ਦੇ ਦਿਓ। ਨਫੀਰੀਆਂ, ਧੌਂਸੇ, ਸ਼ਹਿਨਾਈਆਂ, ਨਗਾਰੇ, ਡੰਫਾਂ ਇਸੇ ਤਰ੍ਹਾਂ ਦਿਨ ਰਾਤ ਲਗਾਤਾਰ ਵੱਜਦੀਆਂ ਰਹਿਣ ਜੀ। ਪਟਹਿ ਪਣਵ ਕੀ ਧੁਨ ਉਠਹਿ। ਤੇ ਜਿਹੜੇ ਇਸੇ ਤਰ੍ਹਾਂ ਵੱਡੇ ਨਗਾਰੇ ਹੈ, ਉਹਨਾਂ ਦੀ ਖੁੱਲ੍ਹੀ ਧੁਨ ਜਿਹੜੀ ਵਾ ਉੱਠਣੀ ਚਾਹੀਦੀ ਹੈ। ਜਾਂ ਪਟਹਿ ਪਵਨ ਨਾਮ ਸਾ ਪਣਵ, ਪਟਹਿ ਪਣਵ ਹੁੰਦਾ ਹੈ, ਜਿਹੜੇ ਢੋਲ ਹੁੰਦੇ ਆ, ਇਸ ਤਰ੍ਹਾਂ ਦੇ ਉਹਨਾਂ ਦੀ ਆਵਾਜ਼ ਜਿਹੜੀ ਆਉਣੀ ਚਾਹੀਦੀ ਹੈ, ਉਹ ਵੀ ਪ੍ਰੇਮ ਦੇ ਸਹਿਤ ਆਖੋ ਵਜਾਉਣਾ ਕਰੋ ਸਾਰੇ। ਸੁਣ ਹੋਵਹਿ ਪੀਰੰ। ਤਾਂ ਕਿ ਸੁਣ ਕੇ ਪਤਾ ਲੱਗ ਜਾਵੇ ਵੀ ਸਾਡੇ ਸਾਹਿਬਜ਼ਾਦੇ ਹਰਗੋਬਿੰਦ ਸਾਹਿਬ ਦਾ ਵਿਆਹ ਹੋ ਰਿਹਾ ਹੈ। ਅਤੇ ਸੁਣ ਸੁਣ ਕੇ ਸਾਰੇ ਪਾਸੇ ਭੀੜ ਲੱਗ ਜਾਵੇ। ਸਿੱਖ ਸੰਗਤਾਂ ਅੰਮ੍ਰਿਤਸਰ ਵਾਲੀਆਂ
ਤੇ ਪਾਸੇ ਆਸੇ ਵਾਲੀਆਂ ਆਉਣੀਆਂ ਸ਼ੁਰੂ ਹੋ ਜਾਣਗੀਆਂ। ਵੱਜਹਿ ਢੋਲ ਅਰ ਬੰਸਰੀ। ਉਹ ਇਸ ਤਰ੍ਹਾਂ ਸਾਧ ਸੰਗਤ ਜੀ ਕਿਧਰੇ ਢੋਲ ਵੱਜਦੇ ਐ, ਬੰਸਰੀਆਂ ਸੁੰਦਰ ਵੱਜਦੀਆਂ ਹਨ। ਦਿਨ ਪ੍ਰਤ ਗੁਰਦੁਆਰੇ। ਗੁਰੂ ਅਰਜਨ ਦੇਵ ਮਹਾਰਾਜ ਦੇ ਘਰ ਦੇ ਦਰਵਾਜ਼ਿਆਂ ਤੇ ਜਿਹੜੇ ਸਿੱਖ ਖੜੇ ਹੋਏ ਵਜਾ ਰਹੇ ਹਨ। ਮਹਾ ਕੁਲਾਹਲ ਹੋਤ ਤੇ ਹੈ। ਚਾਰ ਚਫੇਰੇ ਸੰਗਤਾਂ ਆਉਂਦੀਆਂ ਤੇ ਬੜਾ ਰੌਲਾ ਪੈਂਦਾ ਹੈ। ਸੁਣ ਹਰਖਤ ਭਾਰੇ। ਤੇ ਨਗਾਰਿਆਂ ਦੀ ਆਵਾਜ਼, ਨਫੀਰੀਆਂ ਦੀ, ਛੋਟੇ ਵੱਡੇ ਨਗਾਰਿਆਂ ਦੀ ਆਵਾਜ਼ ਸੁਣ ਸੁਣ ਕੇ ਬੜਾ ਆਨੰਦ ਆਉਂਦਾ ਹੈ ਤੇ ਸਾਰਿਆਂ ਦੇ ਮਨਾਂ ਵਿੱਚ ਬੜੀ ਖੁਸ਼ੀ ਚਾਅ ਚੜ੍ਹ ਰਿਹਾ ਹੈ। ਅਨੇਕ ਕਰਾਹੇ ਧਰ ਦਏ। ਇਧਰ ਸਾਧ ਸੰਗਤ ਦੀ ਸੰਗਤ ਦੇ ਛਕਣ ਛਕਾਉਣ ਵਾਸਤੇ ਪ੍ਰਬੰਧ ਹੋ ਰਹੇ ਆ। ਮਸੰਦਾਂ ਨੇ ਅਨੇਕਾਂ ਸੈਂਕੜਿਆਂ ਦੇ ਸੈਂਕੜੇ ਚੁਰਾਂ ਪਟ ਚੁੱਲ੍ਹੇ ਤੇ ਕੜਾਏ ਧਰ ਦਿੱਤੇ ਹਨ। ਪਕਵਾਨ ਪਕਾਵੈ। ਜਿਹੜੇ ਹਲਵਾਈ ਲੋਕ ਐ ਉਹ ਮਹਾਰਾਜ ਦੇ ਵਿਆਹ ਵਾਸਤੇ ਸੋਹਣਾ ਪਕਵਾਨ ਮਠਿਆਈਆਂ ਬਣਾਉਣ ਲੱਗੇ ਆ। ਭਾਂਤ ਭਾਂਤ ਕੀ ਸਵਾਦ ਮਹਿ। ਬੜੇ ਸਵਾਦਮਈ ਸਭ ਤਰ੍ਹਾਂ ਦੀਆਂ ਮਠਿਆਈਆਂ, ਤਰ੍ਹਾਂ ਤਰ੍ਹਾਂ ਦੀਆਂ ਰੰਗ ਬਰੰਗੀਆਂ ਬਣ ਰਹੀਆਂ ਨੇ। ਮਹਿ ਮੇਵੇ ਸੋ ਮਿਲਾਵੈ। ਤੇ ਵਿੱਚ ਮੇਵੇ ਮਿਲਾਏ ਜਾ ਰਹੇ ਆ, ਕਾਜੂ ਬਦਾਮ ਮੇਵੇ ਆਦਿਕ, ਸੌਂਗੀ ਪਾ ਹੋਰ ਮਗਜ ਆਦਿਕ ਤੇ ਇਲਾਚੀਆਂ, ਐਸੋ ਸੁੱਕੀਆਂ ਜਿਹੜੀਆਂ ਰਸਤਾਂ ਜਿਵੇਂ ਫਲ ਸੁੱਕੇ ਮੇਵੇ, ਇਹ ਪਾ ਕੇ ਮਠਿਆਈ ਬੜੀ ਸੁੰਦਰ ਬਣ ਰਹੀ ਹੈ। ਮੋਦਕ ਖੁਰਮੇ ਅਰ ਬਰੇ। ਸਿੱਖ ਸੇਵਾ ਕਰਦੇ ਆ ਹਲਵਾਈਆਂ ਦੇ ਨਾਲ ਰਲ ਰਲ ਕੇ। ਵੱਡੇ ਵੱਡੇ ਲੱਡੂ ਵੱਟੇ ਜਾ ਰਹੇ ਆ। ਕਿਧਰੇ ਪਾਸੇ ਜਿਹੜੇ ਖੁਰਮੀਆਂ ਜਾਂ ਖੁਰਮੇ ਲੱਡੂ ਹੁੰਦੇ ਆ ਉਹ ਵੱਟੇ ਜਾ ਰਹੇ ਹਨ। ਦਧ ਲਵਣ ਰਲਾਏ। ਤੇ ਵੱਡੇ ਵੱਡੇ ਵੜੇ ਜਿਹੜੇ ਵੈ ਉਹ ਬਣਾ ਕੇ, ਜਾਂ ਜਿਵੇਂ ਆ ਦਹੀਂ ਭੱਲੇ ਬਣਾਉਂਦੇ ਆ, ਇਹ ਬਣਾ ਕੇ ਸੁੰਦਰ ਵੜੇ ਬਣਾ ਕੇ ਦਹੀਂ ਵਿੱਚ ਰਲਾਏ ਜਾ ਰਹੇ ਹਨ, ਜਾਂ ਦਹੀਂ ਵਿੱਚ ਰਲਾਉਣ ਵਾਸਤੇ। ਚਿਰਵੇ ਵੱਡੇ ਜਲੇਬ ਜੁੱਤ। ਤੇ ਚਿਰਵੇ ਬਣਦੇ ਆ, ਉਹ ਝੋਨਾ ਸਾਧ ਸੰਗਤ ਦੀ ਸਿੱਧਾ ਹੀ ਫੱਕ ਸਮੇਤ ਉਬਾਲ ਕੇ ਨਾ ਤੇ ਉਹਨੂੰ ਫਿਰ ਕੁੱਟ ਕੇ ਵਿੱਚੋਂ ਕੱਢ ਲੈਂਦੇ ਚੌਲ, ਉਹਦੇ ਝੋਨੇ ਨੂੰ ਉਬਾਲ ਕੇ ਉਹਦੀ ਖੀਰ ਬਣਾਉਂਦੇ ਤੇ ਬਹੁਤ ਦੱਸਦੇ ਸਵਾਦ ਹੁੰਦੀ ਹੈ। ਉਹਨੂੰ ਚਿਰਵਾ ਖੀਰ ਕਹਿੰਦੇ ਆ। ਚਿਰਵੇ ਬਣਦੇ ਜਾਂ ਚਿਰਵੇ ਖੀਰ ਬਣਦੀ ਹੈ ਤੇ ਬੜੇ ਸੁੰਦਰ ਵੱਡੇ ਵੱਡੇ ਜਲੇਬ ਕੱਢੇ ਜਾ ਰਹੇ ਹਨ। ਇਤਿਆਦ ਬਣਾਏ। ਤੇ ਸਵਾਦ ਸਹਿਤ ਬੜੇ ਸੁੰਦਰ ਰੰਗ ਬਰੰਗੇ ਬਣਾਏ ਜਾ ਰਹੇ ਹਨ। ਮੇਲ ਲੱਗੇ ਉਹ ਆਵਣ ਤਬੈ। ਇੱਕ ਪਾਸੇ ਗੁਰੂ ਅਰਜਨ ਦੇਵ ਮਹਾਰਾਜ ਦੇ ਘਰ ਵਿੱਚ ਹਲਵਾਈ ਬੈਠੇ ਐ, ਤੋ ਮਠਿਆਈਆਂ ਕੱਢੀਆਂ ਜਾ ਰਹੀਆਂ ਨੇ, ਸਿੱਖ ਸੰਗਤਾਂ ਸੇਵਾ ਕਰਦੀਆਂ। ਦੂਜੇ ਪਾਸੇ ਜਿਹੜਾ ਮੇਲ ਉਹ ਆਉਣਾ ਸ਼ੁਰੂ ਹੋ ਗਿਆ। ਨਾਨਕੇ ਹਰਗੋਬਿੰਦ ਸਾਹਿਬ ਮਹਾਰਾਜ ਦੇ, ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦਾ ਨਾਨਕਾ ਮੇਲ ਪਹੁੰਚਿਆ। ਇਧਰ ਸਾਧ ਸੰਗਤ ਜੀ ਧੰਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਪਰਿਵਾਰ, ਇਸ ਤਰ੍ਹਾਂ ਸਾਰੇ ਜਿੰਨੇ ਨਾਨਕਾ ਦਾਦਕਾ ਮੇਲ ਕੋਈ ਰਿਸ਼ਤੇਦਾਰ ਸਾਰੇ ਦੇ ਸਾਰੇ ਪਹੁੰਚ ਰਹੇ ਹਨ। ਹੋਰ ਸਿੱਖ ਸੰਗਤਾਂ ਵੀ ਆ ਰਹੀਆਂ ਹਨ। ਹਰ ਖਤ ਨਰ ਨਾਰੀ। ਤੇ ਖੁਸ਼ੀਆਂ ਦੇ ਨਾਲ ਐਨ ਲੱਦੇ ਹੋਏ ਸਿੱਖ ਸਾਡੇ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਵਿਆਹ ਵੇਖਣ ਵਾਸਤੇ ਆ ਰਹੇ ਹਨ। ਪਹਿਰ ਵਿਭੂਖਣ ਬਸਨ ਸ਼ੁਭ। ਆਉਣ ਵਾਲੇ ਮੇਲ ਜਿਹੜਾ ਹੈ ਬੜੇ ਸੋਹਣੇ ਕੱਪੜੇ ਰੰਗ ਬਰੰਗੇ ਪਹਿਨੇ ਆ। ਮਾਈਆਂ ਭਾਈਆਂ ਨੇ ਬੜੇ ਵੱਡੇ ਸੋਹਣੇ ਗਹਿਣੇ ਪਹਿਨੇ ਹਨ। ਵੱਡ ਸ਼ੋਭਾ ਧਾਰੀ। ਤੇ ਜਦੋਂ ਟੋਲਿਆਂ ਦੇ ਟੋਲੇ, ਕਦੇ ਕੋਈ ਰਿਸ਼ਤੇਦਾਰ ਆ ਰਹੇ ਆ, ਕਦੇ ਕੋਈ ਰਿਸ਼ਤੇਦਾਰ ਆ ਰਹੇ ਆ, ਬੜੀ ਕਵੀ ਜੀ ਕਹਿੰਦੇ ਸ਼ੋਭਾ ਧਰੀ ਜਾ ਰਹੀ ਹੈ। ਗੋਇੰਦਵਾਲ ਤੇ ਮੋਹਰੀ। ਇਧਰ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ ਜਿਹੜੇ ਨਾਨਕੇ ਸਾਧ ਸੰਗਤ ਜੀ ਗੁਰੂ ਅਮਰਦਾਸ ਮਹਾਰਾਜ ਦਾ ਪਰਿਵਾਰ ਹੈ। ਬਾਬਾ ਮੋਹਰੀ ਜੀ ਮਾਮਾ ਲੱਗਦੇ ਛੋਟੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ, ਇਹ ਵੀ ਭਰ ਕੇ ਗੱਡੇ ਰੱਥ ਭਰ ਕੇ ਆਪਦੇ ਸਾਰੇ ਪਰਿਵਾਰ ਨਾਲ ਆਣ ਪਹੁੰਚੇ ਹਨ। ਇਸਤਰੀ ਗਨ ਲਿਆਇਓ। ਤੇ ਆਪਣੇ ਜਿਹੜੀਆਂ ਕੁਲ ਦੀਆਂ ਜਿੰਨੀਆਂ ਮਾਈਆਂ ਹੈ ਨਾ, ਉਹ ਬਾਬਾ ਮੋਹਰੀ ਜੀ ਨਾਲ ਲੈ ਕਰਕੇ ਤੇ ਆਣ ਪਹੁੰਚੇ ਅੰਮ੍ਰਿਤਸਰ ਸਾਹਿਬ ਨੂੰ। ਹਿਰਦੇ ਆਨੰਦ ਆਨੰਦ ਮਿਲ। ਤੇ ਗੁਰੂ ਅਮਰਦਾਸ ਮਹਾਰਾਜ ਦਾ ਜਿਹੜਾ ਪੋਤਰਾ ਹੈ ਬਾਬਾ ਆਨੰਦ ਜੀ, ਉਹ ਵੀ ਪਹੁੰਚ ਗਏ ਹਨ ਬੜੇ ਖੁਸ਼ੀ ਦੇ ਨਾਲ। ਸੰਸ ਰਾਮ ਸੋ ਆਇਓ। ਤੇ ਬਾਬਾ ਮੋਹਨ ਜੀ ਤਾਂ ਹੁਣ ਮਸਤਾਨੇ ਦੀਵਾਨੇ ਉਹ ਨਹੀਂ ਆਏ, ਗੁਰੂ ਅਰਜਨ ਦੇਵ ਮਹਾਰਾਜ ਦੇ ਵੱਡੇ ਮਾਮਾ, ਪਰ ਉਹਦਾ ਪੁੱਤਰ ਆਇਆ ਹੈ। ਧੰਨ ਬਾਬਾ ਸੰਸ ਰਾਮ ਜੀ ਦਾ ਨਾਮ ਹੈ।
ਇਹ ਗੁਰੂ ਅਰਜਨ ਦੇਵ ਮਹਾਰਾਜ ਦੇ ਮਾਮੇ ਦੇ ਪੋਤਰੇ ਜਿਹੜੇ ਵਾਹਿਗੁਰੂ ਪੁੱਤਰ ਪਹੁੰਚ ਰਹੇ ਹਨ। ਸੁੰਦਰ ਜੁਤ ਗਮਨੇ ਸਕਲ। ਧੰਨ ਬਾਬਾ ਸੁੰਦਰ ਜੀ ਆਏ ਹੈ। ਸਾਰੇ ਇਸ ਤਰ੍ਹਾਂ ਜਿਹੜਾ ਗੋਇੰਦਵਾਲ ਸਾਹਿਬ ਵਾਲਾ ਗੁਰੂ ਅਰਜਨ ਦੇਵ ਮਹਾਰਾਜ ਦਾ ਨਾਨਕਾ ਮੇਲ, ਬੀਬੀ ਭਾਨੀ ਜੀ ਦਾ ਪੇਕਾ ਪਰਿਵਾਰ, ਉਹ ਆਣ ਪਹੁੰਚਿਆ ਹੈ। ਸਯੰਦਨ ਚੜ ਚਾਲੇ। ਤੇ ਇਹ ਜਾਂ ਕਹੋ ਵੀ ਚੜ ਕੇ ਨਾ ਰੱਥ ਤੇ ਗੋਇੰਦਵਾਲ ਸਾਹਿਬ ਤੋਂ ਇਹ ਜਿਹੜੇ ਨਾਨਕੇ ਆ ਗੁਰੂ ਅਰਜਨ ਦੇਵ ਪਾਤਸ਼ਾਹ ਦੇ, ਉਹ ਚੜ ਕੇ ਤੁਰ ਪਏ ਹਨ। ਕਿਤਕ ਅਰੂੜੇ ਸਕਟ ਪਰ। ਕਈ ਤਾਂ ਗੱਡਿਆਂ ਦੇ ਉੱਪਰ ਚੜ ਬੈਠੇ ਆ। ਸ਼ਿੰਗਾਰ ਵਿਸਾਲੇ। ਜਿਹੜੇ ਗੱਡੇ ਤੇ ਬਲਦ ਬੜੇ ਸ਼ਿੰਗਾਰੇ ਹੋਏ ਹਨ। ਉਤਰੇ ਨਿਕਟ ਖਡੂਰ ਮੈਂ। ਤੇ ਹੁਣ ਖਡੂਰ ਸਾਹਿਬ ਜਦੋਂ ਗੋਇੰਦਵਾਲੋਂ ਚੱਲੀਏ ਤੇ ਅੰਮ੍ਰਿਤਸਰ ਦੇ ਰਾਹ 'ਚ ਪੈਂਦਾ, ਤੇ ਇਹ ਗੋਇੰਦਵਾਲੋਂ ਤੁਰੇ ਆ ਨਾਨਕਾ ਪਰਿਵਾਰ, ਗੁਰੂ ਅਰਜਨ ਸਾਹਿਬ ਮਹਾਰਾਜ ਦਾ, ਗੁਰੂ ਅਮਰਦਾਸ ਦਾ ਪਰਿਵਾਰ ਆਪਣਾ, ਤੇ ਖਡੂਰ ਸਾਹਿਬ ਕੋ 5-7 ਕੋਹ ਤੇ ਇੱਥੇ ਆਣ ਪਹੁੰਚੇ ਹਨ। ਦਾਤੂ ਘਰ ਜਾਏ। ਜਿੱਥੇ ਦਾਤੂ ਜੀ ਦਾ ਘਰ ਹੈ, ਭਾਵ ਧੰਨ ਗੁਰੂ ਅੰਗਦ ਦੇਵ ਮਹਾਰਾਜ ਦਾ ਪਰਿਵਾਰ ਰਹਿੰਦਾ ਹੈ। ਕਰੀ ਸੇਵ ਸਭ ਭਾਂਤ ਕੀ। ਤੇ ਸ਼ਾਮ ਜੀ ਪੈ ਗਈ ਹੈ ਤੇ ਬਾਬਾ ਦਾਤੂ ਜੀ ਦੇ ਪਰਿਵਾਰ ਨੇ ਨਾ ਇਹ ਗੁਰੂ ਅਮਰਦਾਸ ਮਹਾਰਾਜ ਦੇ ਪਰਿਵਾਰ ਦੀ ਬੜੀ ਸੇਵਾ ਕੀਤੀ ਸ਼ਰਧਾ ਨਾਲ। ਨਿਸ ਤਾਹਾਂ ਬਿਤਾਏ। ਤੇ ਰਾਤ ਇਹਨਾਂ ਨੇ ਇੱਥੇ ਹੀ ਕੱਟੀ ਆ। ਗੋਇੰਦਵਾਲ ਵਾਲਿਆਂ ਨੇ ਇੱਕ ਰਾਤ ਜਿਹੜੀ ਵਾ ਖਡੂਰ ਸਾਹਿਬ ਕੱਟਣਾ ਕੀਤੀ ਹੈ। ਉੱਠੇ ਪ੍ਰਾਤ ਕਰ ਬੇਗਮਨ। ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਤਿਆਰ ਹੋ ਕਰਕੇ ਰਥ ਸਕਟ ਸਜੋਰੇ। ਤੇ ਗੱਡੇ ਜੋੜ ਲਏ ਆ, ਰਥ ਜਿਹੜੇ ਜੋੜ ਲਏ ਹਨ। ਆਰੂੜੇ ਵੱਡ ਚਾਂਪ ਜੁੱਤ। ਬੜੇ ਖੁਸ਼ੀ ਦੇ ਨਾਲ, ਚਾਵਾਂ ਦੇ ਨਾਲ ਵਿਆਹ ਵੇਖਣ ਵਾਸਤੇ ਜਾ ਰਹੇ ਹਨ। ਚੱਲ ਗੁਰਪੁਰ ਓਰੇ। ਗੁਰੂ ਰਾਮਦਾਸ ਮਹਾਰਾਜ ਦੀ ਪਵਿੱਤਰ ਨਗਰੀ ਅੰਮ੍ਰਿਤਸਰ ਸਾਹਿਬ ਨੂੰ ਤੁਰ ਪਏ ਹਨ। ਸਭ ਕੁਟੰਬ ਕੋ ਸੰਗ ਲੈ। ਗੁਰੂ ਅਮਰਦਾਸ ਮਹਾਰਾਜ ਦਾ ਜਿਹੜਾ ਪਰਿਵਾਰ ਹੈ ਗੋਇੰਦਵਾਲ ਵਾਲਾ, ਇਹ ਆਪ ਤਾਂ ਚੱਲਿਆ ਹੀ ਚੱਲਿਆ ਹੈ, ਆਪ ਦਾ ਸਾਰਾ ਪਰਿਵਾਰ ਤਾਂ ਨਾਲ ਲੈ ਲਿਆ ਹੈ। ਦਾਤੂ ਪਾ ਤਿਆਰੀ। ਤੇ ਹੁਣ ਇੱਥੇ ਤਾਂ ਇਹ ਹੈ ਵੀ ਚਲੋ ਗੋਇੰਦਵਾਲੋਂ ਖਡੂਰ ਸਾਹਿਬ ਜਾਂਦੇ ਆ ਤੇ ਉੱਥੋਂ ਗੁਰੂ ਅੰਗਦ ਦੇਵ ਮਹਾਰਾਜ ਦੇ ਪਰਿਵਾਰ ਨੂੰ ਨਾਲ ਲੈ ਕੇ ਤੇ ਇਕੱਠੇ ਹੀ ਸਾਰੇ ਜਾਵਾਂਗੇ। ਇੱਧਰ ਰਾਤ ਕੱਟ ਕੇ ਤੇ ਗੁਰੂ ਅਮਰਦਾਸ ਮਹਾਰਾਜ ਦਾ ਪਰਿਵਾਰ, ਬਾਬਾ ਮੋਹਰੀ ਜੀ ਗੋਇੰਦਵਾਲ ਵਾਲੇ ਤੇ ਖਡੂਰ ਸਾਹਿਬ ਦੇ ਬਾਬਾ ਦਾਤੂ ਜੀ, ਇਹਨਾਂ ਨੇ ਵੀ ਆਪਣਾ ਸਾਰਾ ਪਰਿਵਾਰ, ਮਾਈ ਭਾਈ ਬੱਚੇ ਬਜ਼ੁਰਗ ਸਾਰੇ ਤਿਆਰ ਕਰ ਲਏ ਹਨ। ਚੜ ਆਪਣੇ ਜਾਨ ਪਰ। ਤੇ ਆਪੋ ਆਪਣੀਆਂ ਸਵਾਰੀਆਂ ਗੱਡਿਆਂ ਤੇ ਰੱਥਾਂ ਤੇ ਚੜ ਕੇ ਪਰਿਵਾਰ ਦੋਵੇਂ ਤੁਰ ਪਏ ਹਨ। ਗਮਨੇ ਹਿਤ ਧਾਰੀ। ਬੜਾ ਪ੍ਰੇਮ ਧਾਰ ਕੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦਾ ਵਿਆਹ ਵੇਖਣ ਲਈ ਦੋਨਾਂ ਥਲ ਤੇ ਚੱਲ ਚਾਲ ਕਰ। ਹਾਂ, ਗੋਇੰਦਵਾਲ ਸਾਹਿਬ ਵਾਲੇ ਵੀ ਤੁਰ ਰਹੇ ਆ, ਇੱਥੋਂ ਖਡੂਰ ਸਾਹਿਬ ਆ ਗਏ ਤੇ ਖਡੂਰ ਸਾਹਿਬ ਵਾਲੇ ਰਲ ਕੇ ਦੋ ਪਰਿਵਾਰਾਂ ਨੇ ਚਾਲੇ ਪਾਏ ਅੰਮ੍ਰਿਤਸਰ ਨੂੰ। ਗੁਰ ਨਗਰੀ ਆਏ। ਤੇ ਕੁਝ ਹੀ ਸਮੇਂ ਵਿੱਚ ਹੁਣ ਲੱਗ ਗਈ ਹੈ ਖਡੂਰ ਸਾਹਿਬ ਤੋਂ ਅੰਮ੍ਰਿਤਸਰ ਤੋਂ ਤਰਕਾਲਾਂ ਦੀਆਂ ਪੈਂਦੀਆਂ ਨੂੰ ਇੱਥੇ ਅੰਮ੍ਰਿਤਸਰ ਸਾਹਿਬ ਆਣ ਪਹੁੰਚੇ ਹਨ। ਊਪ ਇਸ਼ਨਾਨੇ ਪ੍ਰਥਮ ਪੁੰਨ। ਪਹਿਲਾਂ ਆ ਕੇ ਸਾਧ ਸੰਗਤ ਜੀ ਇਹਨਾਂ ਨੇ ਗੁਰੂ ਅਰਜਨ ਦੇਵ ਮਹਾਰਾਜ ਦੇ ਨਾਨਕਿਆਂ ਨੇ ਤੇ ਇੱਥੇ ਖਡੂਰ ਸਾਹਿਬ ਵਾਲਿਆਂ ਨੇ ਆ ਕੇ ਖੂਹ ਲੱਗੇ ਹੁੰਦੇ ਸੀ ਪਰਿਕਰਮਾ ਦੇ ਦੁਆਲੇ ਦੁਆਲੇ, ਇਹ ਖੂਹਾਂ ਤੇ ਇਸ਼ਨਾਨ ਕੀਤਾ ਹੈ। ਅੰਮ੍ਰਿਤਸਰ ਨਾਏ। ਤੇ ਫਿਰ ਅੰਮ੍ਰਿਤਸਰ ਸਾਹਿਬ ਸਰੋਵਰ ਦਾ ਇਸ਼ਨਾਨ ਕੀਤਾ ਹੈ। ਇੱਥੇ ਫੇਰ ਪ੍ਰਸੰਗ ਆ ਗਿਆ ਵੀ ਪਹਿਲਾਂ ਖੂਹ ਹੁੰਦੇ ਸੀ ਤੇ ਹੁਣ ਟੂਟੀਆਂ ਸਾਧ ਸੰਗਤ ਜੀ ਪਰਿਕਰਮਾ ਵਿੱਚ ਕੋਈ ਲੱਗੀਆਂ। ਜਿਹੜੇ ਤਾਂ ਕੋਈ ਇਤਿਹਾਸ ਦੀ ਕਥਾ ਪੜ੍ਹਦੇ ਸੁਣਦੇ ਸਿੱਖ ਹੈ, ਉਹ ਤਾਂ ਜਾ ਕੇ ਪਹਿਲਾਂ ਟੂਟੀਆਂ ਤੇ ਇਸ਼ਨਾਨ ਕਰਦੇ ਆ ਵੀ ਸਰੋਵਰ ਦੀ ਪਵਿੱਤਰਤਾ ਮੁੱਖ ਰਵੇ। ਤੋਂ ਮੈਦਾਨ ਆਦਿਕ ਦੀ ਕਿਰਿਆ ਕੀਤੀ ਹੁੰਦੀ ਹੈ, ਮਿੱਟੀ ਮੁੱਟੀ ਜੀ ਬਾਹਰ ਲਾ ਕੇ ਤੇ ਫਿਰ ਸਰੋਵਰ ਵਿੱਚ ਇਸ਼ਨਾਨ ਕਰਦੇ ਆ। ਜਿਹੜੇ ਕੋਈ ਮੂਰਖ ਲੋਕ ਹੈ, ਜਿਹੜੇ ਨਹੀਂ ਇਤਿਹਾਸ ਸੁਣਦੇ, ਨਹੀਂ ਗੁਰੂ ਘਰੇ ਆਉਣਾ, ਗੁਰੂ ਘਰ ਦੀਆਂ ਰਵਾਇਤਾਂ ਦਾ ਪਤਾ ਨਹੀਂ, ਮਰਿਆਦਾ ਸੁਣ ਕੇ ਖੁਸ਼ ਨਹੀਂ, ਉਹ ਫਿਰ ਉਵੇਂ ਹੀ ਧੁੱਸ ਧੱਸ ਦੇ ਕੇ ਵੜ ਜਾਂਦੇ ਆ। ਤੋ ਇਸ ਤਰ੍ਹਾਂ ਖੂਹ 'ਤੇ ਇਹਨਾਂ ਨੇ ਇਸ਼ਨਾਨ ਕੀਤਾ ਤੇ ਉਸ ਤੋਂ ਬਾਅਦ ਅੰਮ੍ਰਿਤ ਸਰੋਵਰ ਦੇ ਇਸ਼ਨਾਨ ਕੀਤੇ ਹਨ। ਹਰ ਮੰਦਰ ਸੁੰਦਰ ਸਭਨ। ਤੇ ਸੋਹਣਿਆਂ ਦਸਤਾਰਾਂ ਸਜਾ ਕੇ, ਵਸਤਰ ਪਹਿਨ ਕੇ ਸੁੱਚੇ ਹਰਿਮੰਦਰ ਸਾਹਿਬ ਦੇ ਪਾਵਨ ਪਵਿੱਤਰ ਹਰਿਮੰਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਦਰ ਗਏ ਹਨ। ਬੰਦਨ ਕੋ ਕੀਨੀ। ਜਾ ਕੇ ਨਮਸਕਾਰਾਂ ਕੀਤੀਆਂ, ਮੱਥੇ ਟੇਕੇ, ਦਰਸ਼ਨ ਦੀਦਾਰ ਕੀਤੇ ਵੈ। ਦਰਸ਼ਨ ਕਰ ਜਸ ਉਚਰਤੇ। ਹਾਂ, ਗੁਰੂ ਰਾਮਦਾਸ ਮਹਾਰਾਜ ਦੇ ਸੁੰਦਰ ਮਹੱਲ ਦੇ ਦਰਸ਼ਨ ਕੀਤੇ,
ਬੜੀ ਵਡਿਆਈ ਗਾਉਣਾ ਕੀਤੀ ਹੈ। ਪ੍ਰਦਛਨਾ ਤੇ ਦੀਨੀ ਫਿਰ ਸਾਧ ਸੰਗਤ ਜੀ ਪ੍ਰਕਰਮਾ ਕੀਤੀ ਹੈ ਪਾਵਨ ਪਵਿੱਤਰ। ਪੁਨ ਸਤ ਗੁਰ ਕੇ ਸਦਨ ਕੋ ਫਿਰ ਇੱਥੋਂ ਅੰਮ੍ਰਿਤਸਰ ਦੇ ਦਰਸ਼ਨ ਕਰਕੇ ਨਾ ਹਰਿਮੰਦਰ ਸਾਹਿਬ ਦੇ, ਤੇ ਇਹ ਸਾਰਾ ਮੇਲ ਜਿਹੜਾ ਹੈ ਗੁਰੂ ਕੇ ਮਹਿਲ ਜਿੱਥੇ ਮਾਤਾ ਗੰਗਾ ਜੀ ਦਾ ਘਰ ਹੈ ਉਧਰ ਨੂੰ ਹੋ ਤੁਰਿਆ ਹੈ। ਗਮਨੇ ਸਮੁਦਾਈ ਮਹਾਰਾਜ ਦੇ ਨਿੱਜੀ ਘਰ ਵਾਲੇ ਪਾਸੇ ਸਾਰੇ ਮੇਲ ਜਿਹੜਾ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਨਾਨਕਾ ਤੇ ਖਡੂਰ ਸਾਹਿਬ ਵਾਲੀ ਸੰਗਤ ਤੁਰ ਪਈ ਹੈ। ਮਿਲ ਮਿਲ ਕਰਤ ਪ੍ਰਣਾਮ ਕੋ ਜਦੋਂ ਜਾ ਵੜੇ ਐ ਮਾਤਾ ਗੰਗਾ ਜੀ ਦੇ ਘਰ ਗੁਰੂ ਕੇ ਮਹਿਲ, ਡਿਉੜੀਆਂ ਵਿੱਚ ਕਿਧਰੇ ਸਾਧ ਸੰਗਤ ਦੀ ਸ਼ਗਨ ਮਨਾਏ ਜਾ ਰਹੇ ਐ, ਲਾਗੀ ਤੇਲ ਚੋ ਚੋ ਕੇ ਲਾਗ ਮੰਗਦੇ ਐ, ਬੜੀ ਖੁਸ਼ੀ ਮਨਾਈ ਜਾ ਰਹੀ ਹੈ। ਤੋ ਇੱਕ ਦੂਜੇ ਨੂੰ ਦੋ ਪਾਸੋਂ ਮਿਲ ਮਿਲ ਕੇ ਮੱਥੇ ਟੇਕੇ ਜਾ ਰਹੇ, ਮਾਈਆਂ ਗਲ ਲੱਗ ਲੱਗ ਕੇ ਇੱਕ ਦੂਜੀ ਨੂੰ ਸੁੱਖ ਸਾਂਦ ਪੁੱਛਦੀਆਂ ਹਨ। ਬਹੁ ਭਨੈ ਬਡਾਈ ਇੱਕ ਦੂਜੇ ਦੀ ਬੜੀ ਵਡਿਆਈ ਕਰਦੇ ਐ, ਸ਼ੁਕਰ ਹੋਇਆ ਤੁਸੀਂ ਆ ਗਏ, ਸਾਡੇ ਘਰ ਵਿੱਚ ਰੌਣਕਾਂ ਆਣ ਬਣੀਆਂ ਹਨ। ਜਥਾ ਜੋਗ ਅਰਜਨ ਗੁਰੂ ਤੇ ਇੱਧਰ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਜਿਹੋ ਜਿਹਾ ਯੋਗ ਚੰਗਾ ਬਣਦਾ ਹੈ, ਸਗਰੇ ਸਨਮਾਨੇ ਪਾਤਸ਼ਾਹ ਨੇ ਘਰ ਆਇਆਂ ਸਾਰਿਆਂ ਦਾ ਸਤਿਕਾਰ ਕੀਤਾ ਹੈ। ਸੁੰਦਰ ਸਦਨ ਨਿਵੇਸ਼ ਤੇ ਦੇ ਸੋਹਣੇ ਕਮਰੇ ਤੇ ਆਸਣ ਦਿੱਤੇ ਐ ਸਾਰੇ ਪਰਿਵਾਰਾਂ ਨੂੰ ਰਹਿਣ ਵਾਸਤੇ, ਵਿੱਚ ਬਾਚ ਮਧੁਰ ਬਖਾਨੇ ਤੇ ਨਾਲੇ ਮਿੱਠੇ ਬਚਨ ਸੱਚੇ ਪਾਤਸ਼ਾਹ ਜੀ ਬੋਲਦੇ ਐ। ਮੇਰੇ ਗਰੀਬ ਨਵਾਜ ਮਰਿਆਦਾ ਪੁਰਸ਼ੋਤਮ ਹੈ, ਸਾਰਿਆਂ ਆਇਆਂ ਹੋਇਆਂ ਦਾ ਬੜਾ ਸਤਿਕਾਰ ਕਰਦੇ ਹਨ। ਮਹਾਦੇਵ ਸੋ ਮਿਲੇ ਸਭ ਇਧਰ ਸਾਧ ਸੰਗਤ ਜੀ ਜਿਹੜੇ ਧੰਨ ਬਾਬਾ ਮਹਾਂਦੇਵ ਜੀ ਹੈ, ਇਹਨਾਂ ਨਾਲ ਵੀ ਕਿਉਂਕਿ ਹੁਣ ਨਾਨਕੇ ਤਾਂ ਬਾਬਾ ਮਹਾਂਦੇਵ ਜੀ ਦੇ ਵੀ ਉਨੇ ਹੀ ਆ ਨਾ ਗੋਇੰਦਵਾਲ ਵਾਲੇ, ਤੇ ਬਾਬਾ ਮਹਾਂਦੇਵ ਜੀ ਨਾਲ ਸਾਰੇ ਨਾਨਕਾ ਪਰਿਵਾਰ ਆ ਕੇ ਮਿਲਿਆ ਹੈ। ਧਰ ਪ੍ਰੇਮ ਉਦਾਰਾ ਬੜਾ ਪ੍ਰੇਮ ਕੀਤਾ ਦੋ ਤਰਫਾਂ ਤੋਂ, ਕਰਤ ਪਰਸ ਪਰ ਬੰਦਨਾ ਇੱਕ ਦੂਜੇ ਦੇ ਨਾਲ ਬੰਦਨਾ ਕਰਦੇ ਆ, ਮੱਥੇ ਟੇਕੇ ਜਾ ਰਹੇ ਹਨ, ਨਿਜ ਕੁਸ਼ਲ ਉਚਾਰਾ ਤੇ ਆਪੋ ਆਪਣੀ ਖੁਸ਼ੀ ਜ਼ਾਹਰ ਕੀਤੀ ਜਾ ਰਹੀ ਹੈ। ਰਾਜੀ ਖੁਸ਼ੀ ਆਨੰਦ ਪਰਿਵਾਰ ਦੀਆਂ ਸੁੱਖ ਸਾਂਦਾਂ ਪੁੱਛੀਆਂ ਨੇ, ਦੋ ਪਾਸਿਓਂ ਦੱਸੀਆਂ ਜਾ ਰਹੀਆਂ ਹਨ। ਬੁੱਢਾ ਅਰ ਗੁਰਦਾਸ ਜੋਤ ਧੰਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ, ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦੇ ਸਮੇਤ ਮਿਲ ਆਨੰਦ ਪਾਏ ਸਾਰੇ ਮਿਲੇ ਐ ਗੁਰੂ ਅਮਰਦਾਸ ਮਹਾਰਾਜ ਦੇ ਪਰਿਵਾਰ ਨੂੰ, ਤੇ ਬੜਾ ਆਨੰਦ ਛਾ ਰਿਹਾ ਹੈ। ਸਾਲੋ ਆਦਮ ਸੰਦ ਗਨ ਜਿਹੜੇ ਮਸੰਦ ਹੈ ਗੁਰੂ ਘਰ ਦਾ ਪ੍ਰਬੰਧ ਚਲਾਉਣ ਵਾਲੇ ਵੱਡੇ ਭਾਈ ਸਾਲੋ ਜੀ ਤੋਂ ਬਿਨਾਂ ਜਿੰਨੇ ਗੁਰਮੁਖ ਪਿਆਰੇ ਹਨ, ਸਭ ਸੀਸ ਨਿਵਾਏ ਸਾਰਿਆਂ ਨੇ ਗੁਰੂ ਅਮਰਦਾਸ ਮਹਾਰਾਜ ਦੇ ਪਰਿਵਾਰ ਨੂੰ ਤੇ ਗੁਰੂ ਅੰਗਦ ਦੇਵ ਪਾਤਸ਼ਾਹ ਦੇ ਪਰਿਵਾਰ ਨੂੰ ਸ਼ੀਸ਼ ਨਵਾਏ ਹੈ, ਆਣ ਆਣ ਕੇ ਮੱਥੇ ਟੇਕੇ ਹਨ। ਜਹਾਂ ਕਹਾਂ ਕੀ ਸੰਗਤਾਂ ਹੋਰ ਵੀ ਸਾਧ ਸੰਗਤ ਜੀ ਜਿੱਥੋਂ ਕਿੱਥੋਂ ਦੀਆਂ ਦੂਰ ਨੇੜੇ ਦੀਆਂ ਜਿੰਨੀਆਂ ਸੰਗਤਾਂ ਹਨ, ਸੁਨ ਸੁਨ ਚੱਲ ਆਈ ਜਿਹਨੂੰ ਵੀ ਪਤਾ ਲੱਗਦਾ ਵੀ ਗੁਰੂ ਅਰਜਨ ਦੇਵ ਮਹਾਰਾਜ ਦੇ ਚੰਦ ਸਰੀਖੇ ਸਾਹਿਬਜ਼ਾਦੇ ਦਾ ਆਨੰਦ ਕਾਰਜ ਹੈ, ਸੁਣ ਸੁਣ ਕੇ ਦੂਰੋਂ ਨੇੜਿਓਂ ਸਭ ਸੰਗਤਾਂ ਚੱਲ ਚੱਲ ਕੇ ਆਉਂਦੀਆਂ ਹਨ। ਤਰਹਿ ਅਕੋਰ ਅਨੇਕ ਵਿਧ ਤੇ ਬੜਾ ਕੱਪੜਾ ਕੋਈ ਲੈ ਕੇ ਆਉਂਦਾ ਹੈ, ਕੋਈ ਸੋਹਣੇ ਬੇਸ਼ਕੀਮਤੀ ਗਹਿਣੇ ਲੈ ਕੇ ਆਉਂਦਾ ਹੈ, ਕੋਈ ਮਾਇਆ ਲੈ ਲੈ ਕੇ ਆਉਂਦਾ ਹੈ, ਬੜੀਆਂ ਭੇਟਾਵਾਂ ਲਿਆ ਲਿਆ ਕੇ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਚਰਨੀ ਰੱਖ ਰਹੇ ਹਨ। ਗੁਰ ਨਿਕਟ ਰਹਾਈ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦੇ ਪਾਸ ਇੱਥੇ ਰਹਿ ਪੈਂਦੇ ਸਿੱਖ ਵਿਆਹ ਵੇਖਣ ਪਹੁੰਚ ਰਹੇ ਹਨ। ਅਨਗਨ ਨਰ ਕੀ ਪੀਰ ਭੀ ਇਸ ਤਰ੍ਹਾਂ ਕਵੀ ਜੀ ਕਹਿੰਦੇ ਬੜੇ ਸਿੱਖਾਂ ਦੀ ਮਾਈ ਭਾਈ ਦੀ ਬੱਚੇ ਬੁੱਢਿਆਂ ਦੀ ਭੀੜ ਕਿੰਨੇ ਦਿਨ ਪਹਿਲਾਂ ਹੀ ਜਿਵੇਂ ਕਰ ਲਓ ਵੀ 10-12 ਦਿਨ ਰਹੇ ਅਜੇ ਵਿਆਹ ਦੇ ਵਿੱਚ, ਤੇ ਭੀੜ ਲੱਗਣੀ ਸ਼ੁਰੂ ਹੋ ਗਈ ਹੈ। ਉਤਸਵ ਹੋਏ ਭਾਰੀ ਬੜਾ ਉਤਸ਼ਾਹ ਮਹਾਰਾਜ ਦੇ ਘਰ ਵਿੱਚ ਹੋ ਰਿਹਾ ਹੈ। ਭੋਜਨ ਬਨ ਹੈ ਤਿਆਰ ਬਹਾ ਹਾਂ, ਬੜਾ ਲੰਗਰ ਚੱਲਦਾ ਹੈ। ਬੜੀਆਂ ਅੰਮ੍ਰਿਤਸਰ ਸਾਹਿਬ ਦੀਆਂ ਜਿਹੜੀਆਂ ਮਾਈਆਂ ਨਾ ਉਹ ਬਾਹਰੋਂ ਆਈ ਸੰਗਤ ਦੀ ਸੇਵਾ ਵਿੱਚ ਲੱਗੀਆਂ ਵੀ ਸਾਡੇ ਇੱਥੇ ਅੰਮ੍ਰਿਤਸਰ ਸਾਹਿਬ ਵਿੱਚ ਪਿਤਾ ਗੁਰੂ ਅਰਜਨ ਦੇਵ ਮਹਾਰਾਜ ਦੇ ਪੁੱਤਰ ਦਾ ਵਿਆਹ ਹੈ, ਤੇ ਪਾਸੇ ਦੀ ਸੰਗਤ ਆਉਣੀ ਹੈ, ਤੇ ਸਾਡਾ ਫਰਜ਼ ਬਣਦਾ ਵੀ ਬਾਹਰਲੀ ਸੰਗਤ ਨੂੰ ਸਾਂਭੀਏ। ਇਹ ਸਾਧ ਸੰਗਤ ਦੀ ਮਰਿਆਦਾ ਹੁੰਦੀ ਹੈ। ਜਿਵੇਂ ਆਪਣਾ ਨਗਰ ਹੈ ਨਾ, ਜਦੋਂ ਕੋਈ ਸਮਾਗਮ ਹੋਵੇ ਵੱਡਾ, ਤੇ ਜਿਹੜੀਆਂ ਨਗਰ ਦੀਆਂ ਮਾਈਆਂ ਹੁੰਦੀਆਂ ਉਹ ਇਹ ਜਾਣਦੀਆਂ ਵੀ ਬਾਹਰਲੀ ਸੰਗਤ ਰਿਸ਼ਤੇਦਾਰ ਹੈ,
ਸਾਡੇ ਸਾਕ ਸੰਬੰਧੀ ਹੈ ਤੇ ਇਹ ਸਾਡਾ ਘਰ ਹੈ, ਤੇ ਜਿਹੜਾ ਪ੍ਰਬੰਧ ਹੈ ਸਾਰਾ ਉਹ ਅਸੀਂ ਸਾਂਭੀਏ। ਬਾਹਰਲੀ ਸੰਗਤ ਬਹਿ ਕੇ ਕਥਾ ਸੁਣੇ, ਕੀਰਤਨ ਸੁਣੇ, ਤੇ ਅਸੀਂ ਸਾਰਾ ਪ੍ਰਬੰਧ ਜਿਹੜਾ ਅਸੀਂ ਆਪ ਸਾਂਭੀਏ। ਜਿਵੇਂ ਮਹਾਰਾਜ ਦੀ ਦਇਆ ਨਾਲ ਇੱਥੇ 4 ਮਾਘ ਦੇ ਸਮਾਗਮ ਹੁੰਦੇ ਹੈ, ਅੰਮ੍ਰਿਤ ਸੰਚਾਰ ਹੁੰਦਾ, ਤੇ ਵੇਖੀਦਾ ਵੀ ਕਿੰਨੇ ਦੂਰੋਂ ਨੇੜਿਓਂ ਸਾਧ ਸੰਗਤ ਦੀ ਸੰਪਰਦਾ ਦੇ ਸਿੰਘ ਆਉਂਦੇ ਆ, ਜਥੇਬੰਦੀਆਂ ਦੇ ਸਿੰਘ ਆਉਂਦੇ ਆ। ਜਿਵੇਂ ਇਸ ਵਾਰੀ ਵੀ ਆਪਣੇ ਨਗਰ ਨੇ ਬੜਾ ਸੁੰਦਰ ਮਾਈਆਂ ਨੇ ਸੇਵਾ ਕੀਤੀ, ਤੇ ਗਰੀਬ ਨਵਾਜ ਮਹਾਰਾਜ ਦੇ ਘਰ ਦੀਆਂ ਖੁਸ਼ੀਆਂ ਲਈਆਂ ਵੀ ਸਾਡੇ ਪਾਸਿਓਂ ਆਸਿਓਂ ਜਿਹੜੇ ਸਿੱਖਾਂ ਸਿੰਘਾਂ ਨੇ ਆਉਣਾ, ਸੰਗਤ ਨੇ ਆਉਣਾ, ਅੰਮ੍ਰਿਤ ਸੰਚਾਰ ਹੁੰਦਾ ਹੈ, ਸਾਡਾ ਫਰਜ਼ ਹੈ ਵੀ ਅਸੀਂ ਉਹਨਾਂ ਆਈ ਸੰਗਤ ਦੀ ਸੇਵਾ ਵਿੱਚ ਹਾਜ਼ਰ ਹੋਈਏ। ਇਹ ਸਾਡਾ ਘਰ ਹੈ, ਲੰਗਰ ਪ੍ਰਸ਼ਾਦੇ ਦੀ ਸੇਵਾ ਸਾਰੀ ਅਸੀਂ ਆਪ ਹੱਥੀਂ ਕਰੀਏ, ਤੇ ਜਿਹੜੀ ਬਾਹਰੋਂ ਸੰਗਤ ਆਵੇਗੀ ਉਹ ਸਾਰੀ ਸੰਗਤ ਬਹਿ ਕੇ ਕਥਾ ਸੁਣੇ, ਕੀਰਤਨ ਸੁਣੇ ਤੇ ਆਨੰਦ ਮਾਣੇ। ਸੇਵਾ ਜਿਹੜੀ ਸਾਰੀ ਸਿੱਖਾਂ ਦੀ ਅਸੀਂ ਕਰਨੀ ਹੈ। ਇਸ ਤਰ੍ਹਾਂ ਹੀ ਅੰਮ੍ਰਿਤਸਰ ਸਾਹਿਬ ਦੀ ਜਿੰਨੀ ਸੰਗਤ ਹੈ, ਆਖਿਆ ਹੈ ਮਾਤਾ ਗੰਗਾ ਤੁਸੀਂ ਕਿਸੇ ਤਰ੍ਹਾਂ ਦੀ ਫਿਕਰ ਚਿੰਤਾ ਨਹੀਂ ਕਰਨੀ। ਤੁਹਾਡੇ ਜਿੰਨੇ ਰਿਸ਼ਤੇਦਾਰ ਸਾਕ ਸੰਬੰਧੀ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਵਿਆਹ 'ਤੇ ਆ ਰਹੇ ਹੈ, ਉਹਨਾਂ ਸਾਰੀਆਂ ਦੀ ਸੇਵਾ ਵਿੱਚ ਅਸੀਂ ਹਾਜ਼ਰ ਹਾਂ। ਲੰਗਰ ਪ੍ਰਸ਼ਾਦੇ ਦਾ ਸਾਰਾ ਪ੍ਰਬੰਧ ਜਿਹੜਾ ਅੰਮ੍ਰਿਤਸਰ ਸਾਹਿਬ ਦੀ ਸੰਗਤ ਕਰੇਗੀ। ਤੋ ਮਾਈਆਂ ਬੜਾ ਸੁੰਦਰ ਪ੍ਰਸ਼ਾਦਾ ਪਾਣੀ ਲੰਗਰ ਇਸ ਤਰ੍ਹਾਂ ਤਿਆਰ ਕਰ ਰਹੀਆਂ ਹਨ, ਤੇ ਖੁੱਲਾ ਲੰਗਰ ਚੱਲਦਾ। ਅੰਮ੍ਰਿਤਸਰ ਸਾਹਿਬ ਦੇ ਸਿੱਖ ਹੀ ਵਰਤਾ ਰਹੇ ਹਨ। ਜਿਨ ਸਵਾਦ ਉਦਾਰੀ, ਸੋਹਣਾ ਲੰਗਰ ਪੱਕਦਾ ਹੈ, ਬੜੀ ਰੀਝ ਨਾਲ ਮਾਈਆਂ ਤਿਆਰ ਕਰਦੀਆਂ, ਜਿਸ ਲੰਗਰ ਦਾ ਸਵਾਦ ਬਹੁਤ ਸ਼੍ਰੇਸ਼ਟ ਹੋ ਰਿਹਾ ਹੈ। ਦਿਨ ਪ੍ਰਤ ਅਧਿਕ ਆਨੰਦ ਭਾ, ਹਰਗੋਬਿੰਦ ਸਾਹਿਬ ਮਹਾਰਾਜ ਦੇ ਵਿਆਹ ਤੇ ਮੇਲ ਵੱਧਦਾ ਜਾਂਦਾ, ਜਿਵੇਂ ਜਿਵੇਂ ਉਵੇਂ ਉਵੇਂ ਭੀੜ ਵੱਧਦੀ ਹੈ ਤੇ ਆਨੰਦ ਵੱਧ ਰਿਹਾ ਹੈ। ਕੋ ਕਹੈ ਬਨਾਈ, ਕਵੀ ਜੀ ਕਹਿੰਦੇ ਕੌਣ ਹੈ ਜਿਹੜਾ ਪੂਰਾ ਪੂਰਾ ਬਿਆਨ ਕਰ ਸਕਦਾ ਹੈ, ਇੰਨੀ ਸੋਭਾ ਆਖੀ ਨਹੀਂ ਜਾਂਦੀ ਹੈ। ਹਰਗੋਬਿੰਦ ਜੀ ਤਬ ਆਏ, ਇਧਰ ਸਾਧ ਸੰਗਤ ਜੀ ਧੰਨ ਧੰਨ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਵੀ ਬਾਹਰੋਂ ਘਰ ਵਿੱਚ ਆ ਗਏ ਹਨ। ਨਿਜ ਗਰੀਬ ਨਿਵਾਈ, ਤੇ ਸਾਰੇ ਰਿਸ਼ਤੇਦਾਰ ਘਰੇ ਆਇਆ ਵੇਖੇ, ਸਭ ਨੂੰ ਵਾਰੀ ਵਾਰੀ ਮੱਥਾ ਟੇਕਿਆ, ਸ਼ੀਸ਼ ਨਿਵਾਇਆ ਹੈ। ਤੁਰਤ ਅੰਕ ਲੈ ਮੋਹਰੀ, ਬਾਬਾ ਮੋਹਰੀ ਜੀਆਂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਆਪਣੀ ਗਲਵੱਕੜੀ ਵਿੱਚ ਲੈ ਲਿਆ ਹੈ, ਨਿਜ ਗਰੇ ਲਗਾਇਓ, ਤੇ ਆਪਦੇ ਗਲ ਨਾਲ ਘੁੱਟ ਕੇ ਜਫੀ ਪਾ ਕੇ ਲਾ ਲਿਆ। ਕਰ ਦੁਲਾਰ ਸਿਰ ਸੂੰਗ ਕੈ, ਬੜਾ ਲਾਡ ਕੀਤਾ ਬਾਬਾ ਮੋਹਰੀ ਜੀਆਂ ਨੇ, ਜਿਹੜੇ ਗੁਰੂ ਅਰਜਨ ਦੇਵ ਮਹਾਰਾਜ ਦੇ ਮਾਮੇ ਹੈ। ਤੋ ਇਸ ਤਰ੍ਹਾਂ ਸਾਧ ਸੰਗਤ ਜੀ ਕਹੋ ਵੀ ਆਪਣੀ ਭੈਣ ਦੇ ਪੋਤਰੇ ਨੂੰ ਬਾਬਾ ਮੋਹਰੀ ਜੀਆਂ ਬੀਬੀ ਭਾਨੀ ਦੇ ਪੋਤਰੇ ਹਰਗੋਬਿੰਦ ਸਾਹਿਬ ਨੂੰ ਘੁੱਟ ਕੇ ਗਲਵੱਕੜੀ ਪਾ ਕੇ ਬੜਾ ਲਾਡ ਤੇ ਪਿਆਰ ਕੀਤਾ ਹੈ। ਦੇਖਤ ਹਰ ਖਾਇਓ, ਤੇ ਵੇਖ ਵੇਖ ਕੇ ਭੁੱਖ ਨਹੀਂ ਲੈਂਦੀ ਹਰਗੋਬਿੰਦ ਸਾਹਿਬ ਮਹਾਰਾਜ ਦਾ ਰੂਪ, ਸਭ ਵੇਖ ਵੇਖ ਕੇ ਖੁਸ਼ ਹੋ ਰਹੇ ਹਨ। ਮਿਲ ਆਨੰਦ ਸੰਸਰਾਮ ਜੁਤ, ਫਿਰ ਹਰਗੋਬਿੰਦ ਸਾਹਿਬ ਜੀ ਬਾਬਾ ਆਨੰਦ ਜੀ ਨੂੰ ਮਿਲੇ ਹੈ, ਧੰਨ ਬਾਬਾ ਸੰਸਰਾਮ ਜੀ ਨੂੰ ਮਿਲੇ ਹਨ। ਦਾਤੂ ਭਰ ਅੰਕਾ, ਤੇ ਇਸ ਤਰ੍ਹਾਂ ਦਾਤੂ ਜੀ ਨੇ ਗਲਵੱਕੜੀ ਵਿੱਚ ਲੈ ਲਿਆ ਹਰਗੋਬਿੰਦ ਸਾਹਿਬ ਮਹਾਰਾਜ ਨੂੰ, ਜਿਹੜੇ ਗੁਰੂ ਅੰਗਦ ਦੇਵ ਮਹਾਰਾਜ ਦੇ ਸਾਹਿਬਜ਼ਾਦੇ ਹਨ। ਕਰਹਿ ਸਰਾਹਨ ਰੂਪ ਕੋ, ਸਾਰੇ ਜਿਹੜਾ ਹਰਗੋਬਿੰਦ ਸਾਹਿਬ ਨੂੰ ਵੇਖਦਾ ਹੈ ਤੇ ਪਾਤਸ਼ਾਹ ਦੇ ਰੂਪ ਦੀ ਬੜੀ ਸਲਾਹੁਤਾ ਕਰਦਾ ਹੈ। ਬੋਲਹਿ ਸਹਿ ਸ਼ੰਕਾ, ਤੇ ਇਸ ਤਰ੍ਹਾਂ ਸਾਧ ਸੰਗਤ ਜੀ ਬੜੇ ਪ੍ਰੇਮ ਤੇ ਸਹਿਤ ਦੇ ਨਾਲ ਬੜੀ ਸਲਾਹੁਤਾ ਸੋਭਾ ਜਿਹੜੀ ਹੈ, ਇਸ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਨਜ਼ਰ ਨਾ ਲੱਗ ਜਾਵੇ, ਇਸ ਤਰ੍ਹਾਂ ਦੇ ਬਚਨ ਕੀਤੇ ਜਾ ਰਹੇ ਹਨ। ਦੋਹਰਾ ਨਾਰ ਮੋਹਰੀ ਕੀ ਸੁਮਤ, ਸ਼੍ਰੇਸ਼ਟ ਮਤ ਵਾਲੇ ਮਾਮੀ ਆ ਗੁਰੂ ਅਰਜਨ ਦੇਵ ਮਹਾਰਾਜ ਦੇ, ਜਿਹੜੇ ਬਾਬਾ ਮੋਹਰੀ ਜੀ ਦੀ ਪਤਨੀ ਹੈ ਗੋਇੰਦਵਾਲ ਸਾਹਿਬ ਤੋਂ। ਮਿਲ ਗੰਗਾ ਕੇ ਸੰਗ, ਪਾਤਸ਼ਾਹ ਦੀ ਮਾਮੀ ਬਾਬਾ ਮੋਹਰੀ ਜੀ ਦੇ ਪਤਨੀ ਧੰਨ ਮਾਤਾ ਗੰਗਾ ਜੀ ਦੇ ਨਾਲ ਜਾ ਕੇ ਮਿਲੇ ਹਨ। ਨੇਹੋ ਜਨਾਵਤ ਅਧਿਕ ਹੀ, ਤੇ ਬੜਾ ਪ੍ਰੇਮ ਮੋਹ ਜਣਾਉਣਾ ਕੀਤਾ ਹੈ। ਕਰ ਕਰ ਹਿਰਦੈ ਉਮੰਗ, ਬੜਾ ਪ੍ਰੇਮ ਉਤਸ਼ਾਹ ਕਰ ਕਰਕੇ ਬਹੁਤਾ ਹੀ ਮੋਹ ਮਾਤਾ ਗੰਗਾ ਜੀ ਨਾਲ ਜਣਾਇਆ ਹੈ। ਪਾਧੜੀ ਛੰਦ ਗਨ ਅਬਲਾ ਅਪਰ ਮਿਲੰਤ ਸੰਗ, ਤੇ ਹੋਰ ਵੀ ਅੰਮ੍ਰਿਤਸਰ ਸਾਹਿਬ ਤੇ ਆਸੇ ਪਾਸੇ ਦੀਆਂ ਜਿੰਨੀਆਂ ਮਾਈਆਂ
ਸਭ ਮਾਤਾ ਜੀ ਦੇ ਨਾਲ ਮਿਲਦੀਆਂ ਨੇ। ਸਨਮਾਨਤ ਸਭ ਕਹਿ ਮ੍ਰਿਦੁਲ ਗੰਗ। ਧੰਨ ਮਾਤਾ ਗੰਗਾ ਜੀ ਸਾਰੀਆਂ ਮਾਈਆਂ ਨੂੰ, ਆਈਆਂ ਹੋਈਆਂ ਨੂੰ ਬੜਾ ਸਤਿਕਾਰ ਦਿੰਦੇ ਐ, ਬੜੇ ਮਿੱਠੇ ਬਚਨ ਬੋਲਦੇ ਸੇਵਾ ਕਰ ਰਹੇ ਹਨ। ਦਾਤੂ ਸੋ ਤ੍ਰਿਆ ਮਿਲ ਆਨੰਦ ਕੀਨ। ਧੰਨ ਬਾਬਾ ਦਾਤੂ ਜੀ ਦੀ ਪਤਨੀ ਗੁਰੂ ਅੰਗਦ ਦੇਵ ਮਹਾਰਾਜ ਦੀ ਰਿਸ਼ਤੇ 'ਚ ਜਿਹੜੀ ਨੂੰਹ ਲੱਗੇ, ਉਹਦੇ ਨਾਲ ਮਾਤਾ ਗੰਗਾ ਜੀ ਮਿਲੇ, ਬੜਾ ਆਨੰਦ ਪ੍ਰਾਪਤ ਹੋਇਆ ਹੈ। ਹਿਤ ਬੈਠਣ ਚਾਰ ਆਸਣ ਸੁਦੀਨ। ਤੇ ਬਹਿਣ ਵਾਸਤੇ ਮਹਾਰਾਜ ਦੇ ਮਹਿਲ ਮਾਤਾ ਗੰਗਾ ਜੀਆਂ ਸਾਰੀਆਂ ਮਾਈਆਂ ਨੂੰ ਸੋਹਣੇ ਬਿਸਤਰੇ ਵਿਛਾ ਦਿੱਤੇ, ਸੋਹਣੇ ਮੰਜੇ ਲਾ ਕੇ ਦਿੱਤੇ ਹਨ। ਪੁਨ ਬੁਝਣ ਲੱਗੀ ਕਿਤ ਹਰ ਗੋਬਿੰਦ। ਤੇ ਜਿਹੜੇ ਬਾਬਾ ਦਾਤੂ ਜੀ ਦੇ ਪਤਨੀ ਜਾਂ ਬਾਬਾ ਮੋਹਰੀ ਜੀ ਦੇ ਪਤਨੀ ਗੁਰੂ ਅਰਜਨ ਦੇਵ ਮਹਾਰਾਜ ਦੀ ਰਿਸ਼ਤੇ 'ਚ ਮਾਮੀ ਲੱਗੇ, ਉਹ ਮਾਈ ਪੁੱਛਦੇ ਐ, ਹੇ ਪੁੱਤਰ ਗੰਗਾ, ਭਲਾ ਹਰਗੋਬਿੰਦ ਸਾਹਿਬ ਭਾਵ ਜੀ ਦਾ ਵਿਆਹ ਤੇ ਅਸੀਂ ਆਏ ਹਾਂ, ਉਹ ਲਾੜਾ ਨਹੀਂ ਦਿਸਦਾ ਕਿਤੇ, ਕਿੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਇਸ ਵਕਤ ਹਨ। ਦੇਖ ਰਾਵ ਮੋਹਿ ਲਾਲਸ ਬਿਲੰਦ। ਤੇ ਨਿੱਕਾ ਜਿਹਾ ਹੁੰਦਾ ਅਸੀਂ ਵੇਖਿਆ, ਸਾਨੂੰ ਵਿਖਾਓ ਖਾਂ ਹਰਗੋਬਿੰਦ ਸਾਹਿਬ ਕਿੱਥੇ ਹੈ। ਸਾਡੇ ਮਨ ਵਿੱਚ ਉਹਨਾਂ ਦਾ ਚਿਹਰਾ ਬਚਪਨ 'ਚ ਬੜੇ ਸੋਹਣੇ ਸੀ, ਹੁਣ ਕਿੰਨੇ ਕੁ ਸੁਨੱਖੇ ਹੈ, ਜਰਾ ਵੇਖੀਏ ਖਾਂ, ਮਨ ਵਿੱਚ ਬੜੀ ਲਾਲਸਾ ਲੱਗ ਰਹੀ ਹੈ। ਕਹਿ ਗੰਗ ਗਇਓ ਅਬ ਬਹਿਰ ਥਾਨ। ਤੇ ਮਾਤਾ ਗੰਗਾ ਜੀ ਕਹਿੰਦੇ, ਮਾਮੀ ਜੀ ਉਹ ਹੁਣੇ ਹੀ ਅਜੇ ਘਰ ਤੋਂ ਬਾਹਰ ਨੂੰ ਗਏ ਹਨ। ਆਏ ਸੁਨੇ ਸੁਜਬ ਪ੍ਰੀਤ ਠਾਨ। ਕਿਉਂਕਿ ਕਿਸੇ ਨੇ ਦੱਸਿਆ ਸੀ ਵੀ ਗੋਇੰਦਵਾਲ ਸਾਹਿਬ ਵਾਲੇ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਨਾਨਕਾ ਮੇਲ ਆ ਗਿਆ, ਤੇ ਖਡੂਰ ਸਾਹਿਬ ਵਾਲੇ ਗੁਰੂ ਅੰਗਦ ਦੇਵ ਮਹਾਰਾਜ ਦਾ ਪਰਿਵਾਰ ਵੀ ਆ ਗਿਆ ਹੈ। ਹਰਗੋਬਿੰਦ ਸਾਹਿਬ ਸੁਣਦਿਆਂ ਸਾਰੀ ਘਰੋਂ ਚਲੇ ਗਏ ਹਨ। ਹਿਤ ਮਿਲਨ ਕਰਤ ਵੱਡ ਚਾਵ ਚੀਤ। ਪਤਾ ਲੱਗਿਆ ਵੀ ਉਹ ਜਿਹੜੇ ਉੱਥੇ ਠਹਿਰੇ ਹੋਏ ਐ, ਤੇ ਚਾਅ ਕਰਕੇ ਚਿੱਤ ਵਿੱਚ ਉਹਨਾਂ ਨੂੰ ਮਿਲਣ ਗਏ ਹੋਏ ਐ। ਤਿਨ ਨਿਕਟ ਹੋਹੇਂਗੇ ਧਰਤ ਪ੍ਰੀਤ। ਉਹਨਾਂ ਦੇ ਪਾਸ ਹੀ ਹੋਣੇ ਪ੍ਰੀਤ ਰੱਖ ਕੇ। ਤੋ ਸਾਧ ਸੰਗਤ ਜੀ ਇੱਥੇ ਹੁਣ ਇਤਿਹਾਸ ਇਹ ਵੀ ਸਪਸ਼ਟ ਕਰ ਰਹੇ ਆ ਵੀ ਜਿਹੜੀਆਂ ਮਾਈਆਂ ਸਨ ਨਾ, ਉਹ ਤਾਂ ਮਾਤਾ ਗੰਗਾ ਜੀ ਦੇ ਪਾਸ ਇੱਥੇ ਗੁਰੂ ਕੇ ਮਹਿਲ ਰਹਿੰਦੀਆਂ ਸੀ। ਜਿਹੜੇ ਸਿੱਖ ਹੁੰਦੇ ਸੀ ਉਹ ਗੁਰੂ ਰਾਮਦਾਸ ਸਰਾਂ 'ਚ ਠਹਿਰਦੇ ਸੀ, ਜਾਂ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਪਾਸ ਹਰਿਮੰਦਰ ਸਾਹਿਬ ਵਾਲੇ ਪਾਸੇ ਰਹਿੰਦੇ ਸਨ। ਇਹ ਪਹਿਲਾਂ ਘਰਾਂ ਦੇ ਸੰਸਕਾਰ ਸਨ ਵੀ ਜਦੋਂ ਸਾਧ ਸੰਗਤ ਜੀ ਕੋਈ ਵਿਆਹ ਸ਼ਾਦੀ ਹੋਣਾ, ਮਾਈਆਂ ਇੱਕ ਪਾਸੇ ਰਹਿੰਦੀਆਂ ਸੀ ਤੇ ਜਿਹੜੇ ਸਿੱਖ ਹੁੰਦੇ ਸੀ ਭਾਈ, ਉਹ ਇੱਕ ਪਾਸੇ ਹੁੰਦੇ ਸਨ। ਤੇ ਹੁਣ ਵੀ ਗੁਰੂ ਘਰਾਂ ਵਿੱਚ ਵੇਖੀ ਦਾ ਮਾਈ ਵਾੜੇ ਬਣੇ ਹੋਏ ਆ, ਮਾਈਆਂ ਇੱਕ ਪਾਸੇ ਆਪਦੇ ਆਨੰਦ ਨਾਲ ਸੇਵਾ ਕਰਦੀਆਂ, ਤੇ ਜਿਹੜੇ ਸਿੱਖ ਹੁੰਦੇ ਆ ਆਪਦੀ ਸੇਵਾ ਇੱਕ ਪਾਸੇ ਸਾਂਭੀ ਜਾਂਦੇ ਆ। ਹੁਣ ਉਹ ਵਿਆਹਾਂ 'ਚ ਵੀ ਉਦੋਂ ਐਂ ਹੁੰਦਾ ਸੀ ਵੀ ਇੱਕ ਪਾਸੇ ਮਾਈਆਂ ਨੇ ਤੇ ਦੂਜੇ ਪਾਸੇ ਸਾਧ ਸੰਗਤ ਜੀ ਸਿੱਖਾਂ ਨੇ ਸੇਵਾ ਸਾਂਭੀ ਜਾਣੀ। ਜਿਹੜੇ ਸਿੱਖ ਸਨ ਵੇਖੋ ਹੁਣ ਆਏ ਤਾਂ ਪਿੱਛੋਂ ਇਕੱਠੇ ਹੀ ਆ ਪਰਿਵਾਰ ਸਾਰੇ, ਬਾਬਾ ਦਾਤੂ ਜੀ, ਗੋਇੰਦਵਾਲ ਵਾਲੇ, ਖਡੂਰ ਸਾਹਿਬ ਵਾਲੇ, ਪਰ ਮਾਈਆਂ ਨੂੰ ਇੱਥੇ ਇੱਕ ਵਾਰੀ ਘਰੇ ਆ ਕੇ ਬੁਲਾ ਕੇ ਸਾਰਿਆਂ ਨੂੰ, ਤੇ ਫਿਰ ਜਿਹੜੇ ਮਨੁੱਖ ਭਾਈ ਹੈ ਉਹ ਸਾਰੇ ਗੁਰੂ ਰਾਮਦਾਸ ਮਹਾਰਾਜ ਦੀ ਸਰਾਂ ਵਾਲੇ ਪਾਸੇ ਚਲੇ ਗਏ। ਜਿਹੜੀਆਂ ਮਾਈਆਂ ਕੱਲੀਆਂ ਉਹ ਸਾਧ ਸੰਗਤ ਜੀ ਇੱਥੇ ਰਹਿ ਗਈਆਂ ਗੁਰੂ ਕੇ ਮਹਿਲ ਵਾਲੇ ਥਾਂ 'ਤੇ, ਜਿੱਥੇ ਮਾਤਾ ਗੰਗਾ ਜੀ ਰਹਿੰਦੇ। ਤਾਂ ਮਾਈਆਂ ਇੱਕ ਪਾਸੇ ਰਹਿੰਦੀਆਂ ਸਨ ਤੇ ਜਿਹੜੇ ਸਿੱਖ ਹੈ ਉਹ ਇੱਕ ਪਾਸੇ, ਤੇ ਇਸ ਤਰ੍ਹਾਂ ਦੀ ਮਰਿਆਦਾ ਬਹਾਲ ਕੀਤੀ। ਹੁਣ ਵੇਖੀਦਾ ਹੀ ਆ ਵਿਆਹਾਂ ਦੇ ਵਿੱਚ ਉੱਥੇ ਮਾਈਆਂ ਉੱਥੇ ਸਭ ਵੜੇ ਫਿਰਦੇ ਇੱਕੋ ਥਾਂ 'ਤੇ। ਤੋ ਇਹ ਸਾਧ ਸੰਗਤ ਜੀ ਸਾਡੇ ਰੀਤੀ ਰਿਵਾਜਾਂ ਵਿੱਚ ਨਹੀਂ ਹੈ ਸੀ। ਤੋ ਇਸ ਤਰ੍ਹਾਂ ਸੱਚੇ ਪਾਤਸ਼ਾਹ ਮਹਾਰਾਜ ਗਰੀਬ ਨਵਾਜ ਦਇਆ ਕਰਦੇ ਹੈ। ਮਾਤਾ ਗੰਗਾ ਜੀ ਨੂੰ ਪੁੱਛਿਆ ਵੀ ਕਿੱਥੇ ਹੈ ਹਰਗੋਬਿੰਦ ਸਾਹਿਬ, ਕਹਿੰਦੇ ਐ ਉਹ ਪਤਾ ਲੱਗਿਆ ਜਦੋਂ ਤੁਸੀਂ ਆਏ ਜੇ ਤੇ ਹਰਗੋਬਿੰਦ ਸਾਹਿਬ ਗਏ ਚਲੇ ਐ ਬਾਬਾ ਦਾਤੂ ਜੀ ਤੇ ਨਾਲ ਜਿਵੇਂ ਬਾਬਾ ਮੋਹਰੀ ਜੀ ਵਰਗਿਆਂ ਨੂੰ ਮਿਲਣ ਵਾਸਤੇ। ਇੱਥੋਂ ਪਤਾ ਲੱਗਦਾ ਹੈ ਵੀ ਬਾਬਾ ਦਾਤੂ ਜੀ, ਬਾਬਾ ਮੋਹਰੀ ਜੀ ਇੱਥੇ ਨਹੀਂ ਠਹਿਰੇ ਹੋਏ ਗੁਰੂ ਕੇ ਮਹਿਲ, ਕਿਉਂਕਿ ਬਾਬਾ ਮੋਹਰੀ ਜੀ ਦੀ ਤਾਂ ਪਤਨੀ ਪੁੱਛ ਰਹੀ ਵੀ ਹਰਗੋਬਿੰਦ ਸਾਹਿਬ ਕਿੱਥੇ ਹੈ, ਤੇ ਮਾਤਾ ਗੰਗਾ ਜੀ ਕਹਿੰਦੇ ਉਹ ਤੁਹਾਡੇ ਪਤੀ ਜੀ ਦੇ ਪਾਸ ਹੋਣੇ, ਭਾਵ ਮਾਮਾ ਮੋਹਰੀ ਜੀਆਂ ਦੇ ਪਾਸ ਗੁਰੂ ਰਾਮਦਾਸ ਮਹਾਰਾਜ ਦੇ ਸਰਾਂ ਵਾਲੇ ਪਾਸੇ ਮਿਲਣ ਵਾਸਤੇ ਗਏ ਹੋਏ ਹਨ। ਇਮ ਕਹਿ ਸੁਦਾਸ ਭੇਜਿਓ ਤੁਰੰਤ। ਤੇ ਇਸ ਤਰ੍ਹਾਂ ਕਹਿ ਕੇ ਨਾ ਮਾਤਾ ਗੰਗਾ ਜੀ ਨੇ ਇੱਕ ਸਿੱਖ ਨੂੰ ਭੇਜਿਆ ਕਿ ਭਾਈ ਜਾਓ ਹਰਗੋਬਿੰਦ ਸਾਹਿਬ ਨੂੰ ਇੱਥੇ ਸੰਗਤ ਡੀਕਦੀ ਹੈ, ਦਰਸ਼ਨ ਕਰਨੇ ਆ, ਮਿਲਣਾ ਸਾਰੇ ਰਿਸ਼ਤੇਦਾਰਾਂ ਨੇ, ਛੇਤੀ ਘਰ ਨੂੰ ਭੇਜਣਾ ਕਰੋ। ਘਰ ਵਿਖੈ ਆਨ ਮਿਲੇ ਬੋ ਚਹੰਤ। ਉਹਨਾਂ ਨੂੰ ਆਖੋ ਵੀ ਘਰ ਆਓ ਇੱਕ ਵਾਰੀ, ਤੁਹਾਨੂੰ ਤੁਹਾਡੇ ਰਿਸ਼ਤੇਦਾਰ ਮਿਲਣਾ ਚਾਹੁੰਦੇ ਹਨ। ਸ਼੍ਰੀ ਅਮਰ ਪੁੱਤਰ ਕੇ ਨਿਕਟ ਹੇਰ। ਤੇ ਸਿੱਖ ਗਿਆ ਜਦੋਂ ਗੁਰੂ ਰਾਮਦਾਸ ਮਹਾਰਾਜ ਸਰਾਂ ਵਾਲੇ ਪਾਸੇ, ਤੇ ਸਿੱਖ ਨੇ ਵੇਖਿਆ ਵੀ ਹਰਗੋਬਿੰਦ ਸਾਹਿਬ
ਧੰਨ ਮਾਮਾ ਮੋਰੀ ਜੀ ਦੇ ਪਾਸ ਬੈਠੇ ਹੋਏ ਹਨ। ਲੀਨ ਸਹਕਾਰ ਜੋ ਗਏ ਸੁਚੇ ਚੇਰ। ਹਾਂ, ਬੜੇ ਚਿਰ ਦੇ ਗਏ ਹੋਏ ਹਰਗੋਬਿੰਦ ਸਾਹਿਬ ਨੂੰ ਆਪਣੇ ਨਾਲ ਸਿੱਖ ਨੇ ਬੁਲਾ ਲਿਆ, ਆਖਿਆ ਵੀ ਛੇਤੀ ਚੱਲੋ ਘਰ ਦੇ ਵਿੱਚ ਤੁਸੀਂ। ਨਿਜ ਸਾਥ ਆਨ ਕਰ ਘਰ ਮਝਾਰ। ਤੇ ਸਿੱਖ ਆਪਦੇ ਨਾਲ ਹਰਗੋਬਿੰਦ ਸਾਹਿਬ ਨੂੰ ਗੁਰੂ ਕੇ ਮਹਿਲ ਜਿੱਥੇ ਮਾਈਆਂ ਠਹਿਰੀਆਂ ਇੱਥੇ ਲੈ ਆਇਆ ਹੈ। ਸਭ ਤ੍ਰਿਣ ਹਰਖ ਸੂਰਤ ਨਿਹਾਰ। ਸਭ ਮਾਈਆਂ ਹਰਗੋਬਿੰਦ ਸਾਹਿਬ ਦਾ ਸੁੰਦਰ ਸਰੂਪ ਵੇਖ ਵੇਖ ਕੇ ਦੰਗ ਰਹਿ ਜਾਂਦੀਆਂ ਨੇ। ਤ੍ਰਿਆ ਮੋਹਰੀ ਜੋ ਗਹਿ ਕੰਠ ਲਾਏ। ਤੋ ਮਹਾਰਾਜ ਦੇ ਮਾਮਾ ਲੱਗਦੇ ਮੋਹਰੀ ਤੇ ਰਿਸ਼ਤੇ 'ਚ ਮਾਮੀ ਲੱਗਦੇ ਮੋਹਰੀ ਦੀ ਪਤਨੀ, ਉਹਨਾਂ ਵੇਖ ਕੇ ਹਰਗੋਬਿੰਦ ਸਾਹਿਬ ਤੋਂ ਵਾਰੇ ਜਾਣ ਤੇ ਗਲ ਦੇ ਨਾਲ ਲਾ ਲੈਣਾ ਕੀਤਾ ਹੈ। ਬਹੁ ਚੀਤ ਪ੍ਰੀਤ ਗੋਦ ਸੋ ਤੇ ਬਿਠਾਏ। ਬੜੇ ਪ੍ਰੇਮ ਦੇ ਨਾਲ ਆਪਣੇ ਪਾਸ ਬਿਠਾ ਲਿਆ ਹੈ। ਸਿਰ ਹਾਥ ਫੇਰ ਮੁਖ ਹੇਰ ਹੇਰ। ਇਹ ਬਜ਼ੁਰਗ ਮਾਈ ਸੀਸ ਤੇ ਹੱਥ ਫੇਰਦੀ ਹੈ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ। ਇਸੇ ਤਰ੍ਹਾਂ ਮੁਖ ਵੇਖ ਵੇਖ ਕੇ ਰੱਜ ਨਹੀਂ ਆਉਂਦਾ ਹੈ। ਕਰਤੀ ਦੁਲਾਰ ਬਹੁ ਫੇਰ ਤੇ ਫੇਰ। ਪੁਨ੍ਹਾ ਹਰਗੋਬਿੰਦ ਸਾਹਿਬ ਨੂੰ ਬੜਾ ਲਾਡ ਲੜਾ ਰਹੀ ਹੈ। ਸ਼੍ਰੀ ਹਰਗੋਬਿੰਦ ਕਰ ਬੰਦ ਬੰਦ। ਇਧਰ ਮਰਿਆਦਾ ਪੁਰਸ਼ੋਤਮ ਧੰਨ ਗੁਰੂ ਹਰਗੋਬਿੰਦ ਸਾਹਿਬ ਸਾਰਿਆਂ ਨੂੰ ਮੱਥੇ ਟੇਕਦੇ ਨਮਸਕਾਰਾਂ ਕਰਦੇ ਹਨ। ਸਭ ਹੂਨ ਬੰਦਨਾ ਕਰ ਆਨੰਦ। ਬੜੇ ਆਨੰਦ ਦੇ ਸਹਿਤ ਸਾਰੇ ਰਿਸ਼ਤੇਦਾਰਾਂ ਦੇ ਚਰਨੀ ਹੱਥ ਲਾ ਲਾ ਕੇ ਆਸ਼ੀਰਵਾਦ ਲੈ ਰਹੇ ਨੇ। ਸਗਰੀਨ ਗੋਦ ਲੈ ਕਰ ਦੁਲਾਰ। ਸਾਰੀਆਂ ਮਾਈਆਂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦਾ ਸੁੰਦਰ ਸਰੂਪ ਵੇਖ ਕਰਕੇ ਸੀਸ ਤੇ ਹੱਥ ਰੱਖਦੀਆਂ ਬੜਾ ਰਜਵਾਂ ਪਿਆਰ ਲਾਡ ਲਡਾਉਂਦੀਆਂ ਹਨ। ਚਿਰ ਚੀਵ ਆ ਸਿਖਾ ਦੇਤ ਪਿਆਰ। ਪੁੱਤਰ ਹਰਗੋਬਿੰਦ ਲੰਮੀ ਉਮਰਾਂ ਮਾਣੇ, ਚਿਰ ਜੀਵੀ ਹੋਵੇਂ, ਇਹੋ ਜਿਹੀਆਂ ਪਿਆਰ ਨਾਲ ਅਸੀਸਾਂ ਦਿੰਦੀਆਂ ਹਨ। ਨਰ ਨਾਰ ਮੇਲ ਹੋਇਆ ਵਿਸਾਲ। ਤੋ ਹਰਗੋਬਿੰਦ ਸਾਹਿਬ ਨੇ ਸਾਰਿਆਂ ਰਿਸ਼ਤੇਦਾਰਾਂ ਮਾਈ ਭਾਈ ਦੇ ਨਾਲ ਮੇਲ ਕੀਤਾ, ਤੋ ਸਭ ਨੂੰ ਨਮਸਕਾਰਾਂ ਕੀਤੀਆਂ ਹਨ। ਨਰ ਨਾਰ ਮੇਲ ਹੋਇਆ ਵਿਸਾਲ। ਬੜਾ ਭਾਰੀ ਮੇਲ ਹੋਇਆ ਹੈ। ਕਰ ਜਥਾ ਜੋਗ ਸੇਵਾ ਸੰਭਾਲ। ਧੰਨ ਮਾਤਾ ਗੰਗਾ ਜੀ ਨੇ ਬੜੀ ਜਿਵੇਂ ਸੇਵਾ ਹੁੰਦੀ ਹੈ ਸਾਰਿਆਂ ਨੂੰ ਪਰਿਵਾਰ ਨੂੰ ਸੇਵਾ ਸੰਭਾਲ ਕੀਤੀ ਹੈ। ਦਿਨ ਪ੍ਰਤ ਉਛਾਹ ਬਧ ਤੋ ਬਿਲੰਦ। ਤੇ ਜਿਵੇਂ ਜਿਵੇਂ ਦਿਨ ਸਾਧ ਸੰਗਤ ਜੀ ਲੰਘਦੇ ਜਾਂਦੇ ਹੈ ਮੇਲ ਵੱਧਦਾ ਜਾਂਦਾ, ਇਕੱਠ ਵੱਧਦਾ ਜਾਂਦਾ ਹੈ। ਜਨ ਮੀਠ ਹੋਤ ਸਾਗਰ ਆਨੰਦ। ਮੀਨ ਜਿਵੇਂ ਸਮੁੰਦਰ ਦੇ ਵਿੱਚ ਮੱਛੀ ਨੂੰ ਆਨੰਦ ਆਉਂਦਾ, ਸਮੁੰਦਰ ਵੱਡਾ ਹੁੰਦਾ ਹੈ, ਮਾਤਾ ਗੰਗਾ ਜੀ ਨੂੰ ਮੇਲ ਵੇਖ ਵੇਖ ਕੇ ਉਹਨਾਂ ਹੀ ਚਾਅ ਚੜੀ ਜਾਂਦਾ ਹੈ। ਇਮ ਬਸੇ ਜਾਮਨੀ ਜਬ ਤੋ ਬਿਤਾਏ। ਕੁਝ ਦਿਨ ਸਾਧ ਸੰਗਤ ਜੀ ਲੰਘੇ ਤੋ ਇੱਕ ਬਰਾਤ ਤੋਂ ਇੱਕ ਦਿਨ ਪਹਿਲਾਂ ਜਿਵੇਂ ਸਾਰੇ ਸ਼ਾਮ ਪਈ ਤੋਂ ਪ੍ਰਸ਼ਾਦਾ ਪਾਣੀ ਛਕਿਆ ਹੈ। ਸਰ ਮੱਜਤ ਮੰਦਿਰ ਦਰ ਸਜਾਏ। ਸੰਗਤਾਂ ਅੰਮ੍ਰਿਤ ਸਰੋਵਰ ਦਾ ਇਸ਼ਨਾਨ ਕਰਦੀਆਂ, ਸਵੇਰੇ ਉੱਠ ਕੇ ਅੰਮ੍ਰਿਤ ਵੇਲੇ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਦੀਆਂ ਹਨ। ਸ਼੍ਰੀ ਅਰਜਨ ਕੋ ਸਸੁਰਾਰ ਜੋਏ। ਤੇ ਇਧਰ ਇੱਕ ਦਿਨ ਤੜਕੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਲੱਗਦੇ ਰਿਸ਼ਤੇ ਵਿੱਚ ਸਹੁਰਾ ਭਾਵ ਧੰਨ ਮਾਤਾ ਗੰਗਾ ਜੀ ਦੇ ਪਿਤਾ ਮਾਓ ਪਿੰਡ ਤੋਂ ਆ ਗਏ ਹਨ। ਗੁਰਪੁਰੀ ਆਇਓ ਪਿਖ ਹਰਖ ਸੋਏ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਨਾਨਾ ਤੇ ਨਾਨੀ ਜੀ ਬੜੇ ਚਾਅ ਖੁਸ਼ੀ ਦੇ ਨਾਲ ਦੋਹਤਰੇ ਦੇ ਵਿਆਹ ਤੇ ਅੰਮ੍ਰਿਤਸਰ ਸਾਹਿਬ ਪਹੁੰਚੇ ਹਨ। ਤਬ ਕ੍ਰਿਸ਼ਨ ਚੰਦ ਸੁਣਿਓ ਅਵੰਤ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਸੁਣਿਆ ਜਦੋਂ ਵੀ ਕ੍ਰਿਸ਼ਨ ਚੰਦ ਆ ਰਹੇ, ਹਰਗੋਬਿੰਦ ਸਾਹਿਬ ਦੇ ਨਾਨਾ ਤੇ ਨਾਨੀ ਪਹੁੰਚ ਰਹੇ ਹਨ। ਉਠ ਆਗੇ ਸ੍ਰੀ ਅਰਜਨ ਤੁਰੰਤ। ਮਹਾਰਾਜ ਉੱਠ ਕੇ ਅੱਗੇ ਦਰਵਾਜ਼ੇ ਤੇ ਗਏ, ਵੱਡੇ ਜਾਣ ਕੇ ਬੜਾ ਸਤਿਕਾਰ ਕੀਤਾ ਹੈ। ਲਖ ਜਗਤ ਰੀਤ ਬੰਧਨ ਸੁਕੀਨ। ਸੰਸਾਰ ਦੀ ਮਰਿਆਦਾ ਹੈ ਵੀ ਵੱਡਿਆਂ ਦੇ ਗੋਡੀ ਹੱਥ ਲਾਈਏ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਇਹਨਾਂ ਨੂੰ ਮਾਂ ਬਾਪ ਦੇ ਤੁੱਲ ਜਾਣ ਕਰਕੇ ਗੋਡੀ ਹੱਥ ਲਾਏ ਹੈ। ਆਸਣ ਬਿਠਾਏ ਸਨਮਾਨ ਦੀਨ। ਬੜਾ ਸਤਿਕਾਰ ਕੀਤਾ, ਆਸਣ ਤੇ ਬਿਠਾਉਣਾ ਕੀਤਾ ਹੈ। ਸ਼੍ਰੀ ਹਰਗੋਬਿੰਦ ਸੁਣ ਆਏ ਤਾਏ। ਜਦੋਂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਪਤਾ ਲੱਗਿਆ ਵੀ ਮੇਰਾ ਨਾਨਕਾ ਪਰਿਵਾਰ ਨਾਨਾ ਤੇ ਨਾਨੀ ਜੀ ਪਹੁੰਚ ਗਏ ਹੈ, ਦੌੜੇ ਹੋਏ ਹਰਗੋਬਿੰਦ ਸਾਹਿਬ ਮਹਾਰਾਜ ਆ ਗਏ ਹਨ। ਕਰ ਨਮੋ ਤੁਰਤ ਨਾਨੇ ਸੋ ਪਾਏ। ਨਮਸਕਾਰ ਕੀਤੀ, ਨਾਨਾ ਕ੍ਰਿਸ਼ਨ ਚੰਦ ਜੀਆਂ ਨੇ ਪਾਸ ਬਿਠਾ ਲਿਆ ਹੈ। ਧਨਵਤੀ ਸਾਸ ਗੁਰ ਕੀ ਸੁਨੀਤ। ਸਤਿਗੁਰਾਂ ਦੀ ਸੱਸ ਸ਼੍ਰੇਸ਼ਟ ਸਿਆਣੀ ਸੁਘੜ
ਜਿਹਦਾ ਨਾਮ ਧਨਵੰਤੀ ਹੈ। ਮਿਲ ਸੁਤਾ ਸੰਗ ਧਰ ਪ੍ਰੀਤ ਚੀਤ। ਤੇ ਉਹ ਸਾਧ ਸੰਗਤ ਜੀ ਆਪਣੀ ਧੀ ਮਾਤਾ ਗੰਗਾ ਜੀ ਨੂੰ ਮਿਲੇ ਤੇ ਬੜਾ ਪ੍ਰੇਮ ਤੇ ਚਾਅ ਕਰਨਾ ਕੀਤਾ, ਵਧਾਈਆਂ ਦਿੱਤੀਆਂ ਹਨ। ਨਰ ਨਾਰ ਅਪਰ ਪਰਵਾਰ ਕੇਰ। ਹੋਰ ਵੀ ਨਰ ਇਸਤਰੀਆਂ ਮਿਲਦੇ ਜਿੰਨੇ ਪਰਿਵਾਰ ਵਿੱਚ ਆਏ ਹੋਏ ਐ, ਮਿਲ ਮਿਲ ਆਨੰਦ ਸੁਖ ਹੇਰ ਹੇਰ। ਸੁਖ ਮਾਣਦੇ ਐ, ਬੜਾ ਆਨੰਦ ਪ੍ਰਾਪਤ ਹੋ ਰਿਹਾ ਹੈ। ਕੀਨਸ ਨਿਵੇਸ਼ ਸੁੰਦਰ ਆਵਾਸ। ਤੋ ਇਸ ਤਰ੍ਹਾਂ ਸਾਰੀ ਸੰਗਤ ਨੇ ਹਰਗੋਬਿੰਦ ਸਾਹਿਬ ਮਹਾਰਾਜ ਦੇ ਵਿਆਹ ਤੇ ਪਹੁੰਚ ਕੇ ਸੋਹਣੇ ਘਰ ਵਿੱਚ ਆਵਾਸਾ ਕੀਤਾ ਹੈ, ਪ੍ਰਵੇਸ਼ ਕੀਤਾ ਹੈ। ਤਬ ਮਾਤ ਮਾਤ ਕੇ ਆਏ ਪਾਸ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਆਪਣੀ ਮਾਤਾ ਦੀ ਮਾਤਾ ਭਾਵ ਨਾਨੀ ਜਿਹਦਾ ਨਾਮ ਜਿਹੜਾ ਧਨਵੰਤੀ ਹੈ, ਇਸ ਮਾਈ ਦੇ ਪਾਸ ਪਾਤਸ਼ਾਹ ਆਣ ਪਹੁੰਚੇ, ਬੜੇ ਪ੍ਰੇਮ ਨਾਲ ਮਿਲੇ ਹਨ। ਮਿਲ ਹਰ ਗੋਬਿੰਦ ਬੰਧਨ ਸੁਕੀਨ। ਤੇ ਨਾਨੀ ਦਾ ਸਾਧ ਸੰਗ ਜੀ ਬੱਚਿਆਂ ਨੂੰ ਬਹੁਤ ਪ੍ਰੇਮ ਚਾਅ ਹੁੰਦਾ ਹੈ। ਨਾਨੀਆਂ ਨੂੰ ਦੋ ਤਰ੍ਹਾਂ ਦਾ ਪ੍ਰੇਮ ਹੁੰਦਾ ਹੈ। ਬਹੁਤ ਪ੍ਰੇਮ ਦੇ ਨਾਲ ਹਰਗੋਬਿੰਦ ਸਾਹਿਬ ਆਪਣੀ ਨਾਨੀ ਨੂੰ ਆਣ ਗਲਵੱਕੜੀ ਪਾਉਂਦੇ, ਤੇ ਬੀਬੀ ਧਨਵੰਤੀ ਜੀ ਜਿਹੜੇ ਨਾਨੀ ਹਰਗੋਬਿੰਦ ਸਾਹਿਬ ਦੇ, ਉਹਨਾਂ ਵੀ ਬੜਾ ਪ੍ਰੇਮ ਕੀਤਾ ਹੈ। ਹਰਗੋਬਿੰਦ ਸਾਹਿਬ ਮਹਾਰਾਜ ਨੇ ਗੋਡੀ ਹੱਥ ਲਾ ਕੇ, ਚਰਨੀ ਹੱਥ ਲਾ ਕੇ ਆਸ਼ੀਰਵਾਦ ਲਿਆ ਹੈ, ਨਮਸਕਾਰ ਬੰਦਨਾ ਕੀਤੀ ਹੈ। ਧਰ ਹਰਖ ਔਰ ਆਸਿਖ ਸੁਦੀਨ। ਮਾਈ ਨੇ ਬੜੇ ਖੁਸ਼ ਹੋ ਕਰਕੇ ਦੋਹਤਰੇ ਦੇ ਸੀਸ ਤੇ ਹੱਥ ਰੱਖ ਕੇ ਬੜਾ ਖੁਸ਼ੀ ਮਨਾਈ, ਅਸ਼ੀਸ਼ਾਂ ਦਿੱਤੀਆਂ ਨੇ। ਗਨ ਮੇਲ ਪਰਸ ਪਰ ਮਿਲ ਹੈ ਚਾਏ। ਤੋ ਇਸ ਤਰ੍ਹਾਂ ਸਾਰਾ ਨਾਨਕਾ ਮੇਲ ਸਭ ਇੱਕ ਦੂਜੇ ਦੇ ਨਾਲ ਮਿਲ ਮਿਲ ਕੇ ਚਾਅ ਮਨਾਉਂਦਾ ਹੈ। ਕੌਤਕ ਹੋਵੰਤ ਸੁਭ ਥਾਏ ਥਾਏ। ਸਭ ਪਾਸੇ ਅੰਮ੍ਰਿਤਸਰ ਸਾਹਿਬ ਵਿੱਚ ਬੜੇ ਕੌਤਕ, ਕਿਤੇ ਨਫੀਰੀਆਂ ਵੱਜਦੀਆਂ, ਕਿਤੇ ਨਗਾਰੇ, ਕਿਤੇ ਅਸ਼ਤਬਾਜ਼ੀ ਹੁੰਦੀ ਹੈ, ਕਿਤੇ ਫੁੱਲਾਂ ਦੀ ਬਰਖਾ ਬਰਖਾਈ ਜਾ ਰਹੀ ਹੈ। ਸੰਗਤ ਮਸੰਦ ਅਰ ਮੇਲ ਆਏ। ਸਾਰੇ ਜਿਹੜੇ ਮਸੰਦ ਹੈ ਨਾ ਸਾਧ ਸੰਗਤ ਜੀ, ਜਿਨ੍ਹਾਂ ਦੀ ਮਹਾਰਾਜ ਨੇ ਡਿਊਟੀ ਲਾਈ ਹੈ ਵੀ ਦੂਰੋਂ ਨੇੜਿਓਂ ਗ੍ਰਾਹੀ ਕਰਕੇ ਸੰਗਤਾਂ ਦੀ ਦਸਵੰਧ ਦੀ ਮਾਇਆ ਗੁਰੂ ਘਰ ਭੇਜਣੀ ਹੈ, ਉਹ ਮਸੰਦ ਵੀ ਸੰਗਤਾਂ ਲੈ ਲੈ ਕੇ ਕਾਬਲ, ਕੰਧਾਰ, ਮੁਲਤਾਨ ਤੋਂ ਦੱਖਣ ਪੂਰਬ ਪੱਛਮ ਤੋਂ ਆ ਰਹੇ ਹੈ। ਮਸੰਦਾਂ ਦੇ ਨਾਲ ਬੜੀ ਬੜੀ ਸੰਗਤ ਪਹੁੰਚ ਰਹੀ ਹੈ। ਬਾਹ ਭਈ ਪੀਰ ਬਾਜਤ ਬਧਾਏ। ਦੋ ਪਾਸਿਓਂ ਵਧਾਈਆਂ ਵੱਜਦੀਆਂ ਨੇ, ਬਾਜੇ ਵੱਜ ਰਹੇ ਹੈ, ਬਹੁਤ ਭਾਰੀ ਭੀੜ ਹੋ ਰਹੀ ਹੈ। ਇਮ ਕਿਤਕ ਦਿਓਸ ਬੀਤੇ ਮਿਲੰਤ। ਖੁਸ਼ੀਆਂ ਮਨਾਉਂਦਿਆਂ ਮਿਲਦਿਆਂ ਕਈ ਕੁ ਦਿਨ ਬੀਤ ਹੋ ਗਏ ਐ। ਸਭ ਕਰੀ ਤਿਆਰ ਵਸਤੂ ਤੁਰੰਤ। ਤੇ ਵਿਆਹ ਨੇੜੇ ਆ ਗਿਆ, ਬਰਾਤ ਚੜ੍ਹਨੀ ਹੈ ਹਰਗੋਬਿੰਦ ਸਾਹਿਬ ਦੀ। ਸਿੱਖਾਂ ਨੇ ਸਾਰੀਆਂ ਵਸਤੂਆਂ ਬਰਾਤ ਤੇ ਜਾਣ ਵਾਸਤੇ ਤਿਆਰ ਕਰ ਲਈਆਂ ਹਨ। ਮੰਗਵਾਏ ਸਰਬ ਕੋ ਗੁਰ ਨਿਹਾਰ। ਮਹਾਰਾਜ ਨੇ ਸਾਰੀਆਂ ਚੀਜ਼ਾਂ ਮੰਗਾ ਕੇ ਆਪ ਨਿਗਾਹ ਮਾਰੀ ਹੈ ਵੀ ਜੋ ਚਾਹੀਦਾ ਉਹ ਸਾਰਾ ਕੁਝ ਪੂਰਾ ਹੈ। ਸੱਚੇ ਪਾਤਸ਼ਾਹ ਜੀ ਆਪ ਨਦਰਸਾਨੀ ਕਰ ਰਹੇ ਹੈ। ਤੰਬੂਕ ਨਾਤ ਕੀਨੇ ਉਦਾਰ। ਮਹਾਰਾਜ ਵੇਖਦੇ ਵੀ ਕਿੱਡੇ ਕੁ ਤੰਬੂ ਲਾਏ ਹੈ, ਬਹੁਤ ਵੱਡੇ ਵੱਡੇ ਤੰਬੂ, ਸ਼ਮਿਆਨੇ, ਕਨਾਤਾਂ ਜਿਹੜੀਆਂ ਸਿੱਖਾਂ ਬਣਵਾ ਦਿੱਤੀਆਂ ਹਨ। ਰਥ ਬਹਿਲ ਸਾਜ ਸੁੰਦਰ ਸਿੰਗਾਰ। ਬੜੇ ਰਥ ਜਿਹੜੇ ਸਾਧ ਸੰਗਤ ਜੀ ਫੁੱਲਾਂ ਤੇ ਲੜੀਆਂ ਲਾ ਲਾ ਕੇ ਸੋਹਣਾ ਕੱਪੜਾ ਚੜਾ ਚੜਾ ਕੇ ਸ਼ਿੰਗਾਰ ਦਿੱਤੇ। ਪਾਤਸ਼ਾਹ ਮਹਾਰਾਜ ਵੇਖ ਰਹੇ ਹੈ। ਉਹ ਰਥ ਤੇ ਘੋੜੇ, ਗੱਡੇ, ਬਲਦ ਜਿਨ੍ਹਾਂ ਤੇ ਬਰਾਤ ਚੜ੍ਹ ਕੇ ਜਾਣੀ ਹੈ। ਜਿਨ ਲੱਗੇ ਘੁੰਗਰੂ ਬਜਤ ਚਾਰ। ਜਿਨ੍ਹਾਂ ਦੇ ਪਹੀਆਂ ਨਾਲ ਘੁੰਗਰੂ ਲੱਗੇ ਹੋਏ ਆ, ਜਦੋਂ ਚੱਲਦੇ ਆ ਤੇ ਛਣਕ ਛਣ ਦੀ ਆਵਾਜ਼ ਆ ਰਹੀ ਹੈ। ਸ਼੍ਰੀ ਹਰਗੋਬਿੰਦ ਚੌਂਕੀ ਬਿਠਾਏ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਚੌਂਕੀ ਚੰਦਨ ਦੀ ਉੱਪਰ ਸੰਗਤਾਂ ਨੇ ਬਿਠਾਲਿਆ ਹੈ। ਤ੍ਰਿਆ ਮਿਲ ਸੁਹਾਗਨ ਗੀਤ ਗਾਏ। ਮਾਈਆਂ ਸੰਸਾਰ ਦੀ ਰੀਤੀ ਅਨੁਸਾਰ ਸੁਹਾਗ ਗਾਉਂਦੀਆਂ। ਹਰਗੋਬਿੰਦ ਸਾਹਿਬ ਮਹਾਰਾਜ ਨੂੰ ਖਾਰੇ ਇਸ਼ਨਾਨ ਕਰਾਇਆ ਜਾ ਰਿਹਾ ਹੈ। ਮਾਈਆਂ ਸੱਚੇ ਪਾਤਸ਼ਾਹ ਗਰੀਬ ਨਵਾਜ ਦੀ ਸੋਭਾ ਵਿੱਚ ਸੁਹਾਗ ਗਾ ਰਹੀਆਂ ਹਨ। ਮਰਦਨ ਕਰੰਤ ਬਟਣਾ ਸੋ ਅੰਗ। ਤੇ ਪਾਤਸ਼ਾਹ ਮਹਾਰਾਜ ਨੂੰ ਵਟਣਾ ਮਲਿਆ ਜਾ ਰਿਹਾ ਹੈ, ਤੇ ਨਾਲ ਸੀਸ ਤੇ ਸੋਹਣਾ ਚੰਦੋਆ ਤਾਣ ਕੇ ਜਿਹੜਾ ਦੋ ਪਾਸਿਓਂ ਚਾਰ ਚਫੇਰਿਓਂ ਕਹਿ ਲਓ ਸੁਹਾਗ ਦੇ ਗੀਤ ਗਾਏ ਜਾ ਰਹੇ ਹਨ। ਸਭ ਵਿਖੇ ਅਧਿਕ ਆਨੰਦ ਗੰਗ। ਕਵੀ ਜੀ ਕਹਿੰਦੇ ਵੀ ਮਾਈਆਂ ਸਾਰੀਆਂ ਹੀ ਬੜੀਆਂ ਖੁਸ਼ ਆ ਜਦੋਂ ਖਾਰੇ ਨਵਾਇਆ ਜਾ ਰਿਹਾ, ਇਸ਼ਨਾਨ ਕਰਾਇਆ ਹਰਗੋਬਿੰਦ ਸਾਹਿਬ ਨੂੰ। ਪਰ ਮਾਂ ਮਾਂ ਹੀ ਹੁੰਦੀ ਹੈ।
ਧੰਨ ਮਾਤਾ ਗੰਗਾ ਜੀ ਫੁੱਲੇ ਨਹੀਂ ਸਮਾਉਂਦੇ ਪੁੱਤਰ ਦੇ ਇਸ਼ਨਾਨ ਵੇਲੇ। ਗਲੇ ਹਾਰ ਹੋਤ ਪਿਖ ਸੁਤ ਸਰੂਪ। ਪੁੱਤਰ ਹਰਗੋਬਿੰਦ ਸਾਹਿਬ ਦਾ ਸੋਹਣਾ ਸਰੂਪ ਵੇਖ ਕੇ ਮਾਤਾ ਗੰਗਾ ਜੀ ਪੁਨਾ ਪੁਨਾ ਸਦਕੇ ਵਾਰਨੇ ਬਲਿਹਾਰਨੇ ਜਾ ਰਹੇ ਹਨ। ਦਿਨ ਪ੍ਰਤ ਉਦੋਤ ਸੁੰਦਰ ਅਨੂਪ। ਮੇਰਾ ਪੁੱਤਰ ਦਿਨ ਬਰ ਦਿਨ ਸੋਹਣਾ ਗੱਭਰੂ ਹੁੰਦਾ ਜਾ ਰਹੇ ਆ ਪ੍ਰਗਟ ਹੀ। ਕਰ ਬੰਧ ਕੰਗਣਾ ਸਗੁਨ ਸੰਗ। ਤੋ ਇਸ਼ਨਾਨ ਪਾਣੀ ਕਰਵਾਇਆ ਜਾ ਰਿਹਾ ਹੈ। ਹੱਥ ਦੇ ਨਾਲ ਜਿਹੜਾ ਕੋ ਗਾਨਾ ਆਦਿਕ ਬੰਨਿਆ ਹੈ। ਪਟ ਪੀਤ ਪਹਿਰ ਕਰ ਸਰਬ ਅੰਗ। ਇਸ਼ਨਾਨ ਪਾਣੀ ਤੋਂ ਬਾਅਦ ਹਰਗੋਬਿੰਦ ਸਾਹਿਬ ਮਹਾਰਾਜ ਜੀਆਂ ਸਰੀਰ ਤੇ ਪੀਲੇ ਸੁੰਦਰ ਬਸਤਰ ਪੀਲਾ ਬਾਣਾ ਪਹਿਨਣਾ ਕੀਤਾ ਹੈ। ਕੁਲ ਰੀਤ ਕਰੀ ਜੇ ਤਿਕ ਬਤਾਏ। ਤੇ ਜਿੰਨੀਆਂ ਰੀਤ ਮਰਿਆਦਾ ਬਣੀ ਹੋਈ ਹੈ ਸੋਢੀਆਂ ਦੀ ਕੁਲ ਦੀ ਦੱਸੀ, ਉਹ ਸਾਰੀ ਰੀਤ ਮਰਿਆਦਾ ਨਿਭਾਉਣਾ ਕੀਤੀ ਮਾਤਾ ਗੰਗਾ ਜੀ ਨੇ। ਦਿਨ ਚੜ੍ਹਨ ਬਰਾਤ ਸਮੀਪ ਆਏ। ਕਿਉਂਕਿ ਬਰਾਤ ਦੇ ਦਿਨ ਚੜ੍ਹਨੇ ਆ, ਬਰਾਤ ਚੜ੍ਹਨੀ ਆ, ਦਿਨ ਲਾਗੇ ਆ ਰਹੇ ਹਨ। ਸ਼੍ਰੀ ਅਰਜਨ ਤਿਆਰੀ ਸਭ ਕਰਾਏ। ਤੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਬਰਾਤ ਦੀ ਸਾਰੀ ਤਿਆਰੀ ਆਪ ਕਰਵਾਈ ਹੈ। ਜਨ ਕਰਹਿ ਸ਼ੀਘਰ ਤਾਲੇ ਬਣਾਏ। ਮਹਾਰਾਜ ਸਭ ਨੂੰ ਕਹਿੰਦੇ ਵੀ ਜਿੰਨੀ ਛੇਤੀ ਹੋ ਸਕਦਾ ਹੈ ਉਹ ਤਿਆਰੀ ਰਹਿੰਦੇ ਕੰਮ ਵੀ ਛੇਤੀ ਮੁਕੰਮਲ। ਜੇ ਗੱਡਿਆਂ ਦੀ ਘਾਟ ਹੈ, ਰੱਥਾਂ ਦੀ ਘਾਟ ਹੈ, ਤੇ ਛੇਤੀ ਤੋਂ ਛੇਤੀ ਪੂਰੀ ਕੀਤੀ ਜਾਵੇ। ਦੋਹਰਾ ਜੀਵਰ ਜਰੇ ਜਰਾਏ। ਇਧਰ ਸਾਧ ਸੰਗਤ ਜੀ ਹਰਗੋਬਿੰਦ ਸਾਹਿਬ ਮਹਾਰਾਜ ਤਿਆਰ ਹੋ ਰਹੇ, ਬਰਾਤ ਦਾ ਤਿਆਰਾ ਕਹਿ ਲਓ ਹੋ ਰਹੇ ਹੈ। ਤੋ ਸੱਚੇ ਪਾਤਸ਼ਾਹ ਮਹਾਰਾਜ ਦੇ ਪੀਲੇ ਰੰਗ ਦੇ ਬਸਤਰ ਪਹਿਨੇ ਆ ਤੇ ਜਿਨ੍ਹਾਂ ਦੇ ਵਿੱਚ ਜੇਵਰ ਜੜੇ ਹੋਏ ਹਨ, ਬੜੇ ਗਹਿਣਿਆਂ ਦੇ ਵਿੱਚ ਜੜੌਤ ਹੋਈ ਹੀਰਿਆਂ ਮੋਤੀਆਂ ਦੀ। ਜਬਰ ਜਵਾਹਰ ਜੋਤ। ਬੜੇ ਸੁੰਦਰ ਜਵਾਹਰ ਜਿਹੜੇ ਵੈ ਪ੍ਰਗਟ ਹੋ ਰਹੇ ਲਿਸ਼ਕਾਂ ਮਾਰਦੇ ਹਨ। ਜਾਂਬੂ ਨਦ ਦਮਕਤ ਮਹਿਦ। ਸੋਨਾ ਜਿਹੜਾ ਪਾਇਆ ਮਹਾਰਾਜ ਦੇ ਗਹਿਣੇ ਬੜੇ ਚਮਕਾਂ ਦਮਕਾਂ ਮਾਰਦੇ ਐ। ਪਹਿਰੇ ਸੋਭ ਉਦੋਤ। ਜਿਸ ਦੀ ਸ਼ੋਭਾ ਪਹਿਰਿਆਂ ਹੋਇਆਂ ਬਸਤਰਾਂ ਗਹਿਣਿਆਂ ਦੀ ਬੜੀ ਪ੍ਰਗਟ ਹੋ ਰਹੀ ਹੈ। ਪਾਧੜੀ ਛੰਦ ਸ਼੍ਰੀ ਹਰਗੋਬਿੰਦ ਤਨ ਕਰ ਸ਼ਿੰਗਾਰ। ਸਾਧ ਸੰਗ ਜੀ ਪੀਲਾ ਚੋਲਾ ਪਹਿਨ ਕਰਕੇ ਸੀਸ ਤੇ ਦਮਾਲਾ, ਸੀਸ ਤੇ ਦਮਾਲੇ ਉੱਪਰ ਜਿਹੜੀ ਜਿਗਾ ਦੇ ਉੱਪਰ ਪਾਤਸ਼ਾਹ ਦੇ ਕਲਗੀ, ਕਲਗੀ ਉੱਪਰ ਸਾਧ ਸੰਗ ਜੀ ਸੋਨਾ ਚਾਂਦੀ ਨਾਲ ਹੀਰੇ ਜੜੌਤ ਜੜੀ ਹੋਈ, ਜਿਗਾ ਦੇ ਉੱਪਰ 9 ਨਗ ਜੜੇ ਹੋਏ ਹੈ। ਗਰੀਬ ਨਵਾਜ ਮਹਾਰਾਜ ਨੇ ਐਨ ਰਾਜੇ ਬਾਦਸ਼ਾਹ ਰਾਜਸੀ ਠਾਠ ਬਾਠ ਦੇ ਨਾਲ ਤਿਆਰ ਬਰ ਤਿਆਰ ਹੋ ਕਰਕੇ ਸਭ ਬਸਤਰ ਵਿਭੂਖਣ ਚਾਰ ਡਾਰ। ਮਹਾਰਾਜ ਪਾਤਸ਼ਾਹ ਨੇ ਸੋਹਣੇ ਬਸਤਰ ਗਹਿਣੇ ਐਨ ਪਾ ਲਏ ਤੇ ਤਿਆਰ ਬਰ ਤਿਆਰ ਹੋ ਬੈਠੇ ਹਨ। ਸਿਰ ਪੇਚ ਸੀਸ ਪਰ ਅਤ ਸੁਹਾਏ। ਪਾਤਸ਼ਾਹ ਦੇ ਸੀਸ ਉੱਪਰ ਐਨ ਸੁੰਦਰ ਚੀਰਾ ਜਿਹੜਾ ਦਮਾਲਾ ਹੈ ਬੜਾ ਸੋਭਾ ਪਾਉਂਦਾ ਹੈ। ਜਿਸ ਪਰ ਜਿਗਾ ਸੋ ਹੀਰੇ ਜਰਾਏ। ਤੇ ਦਮਾਲੇ ਦੇ ਉੱਪਰ ਪਾਤਸ਼ਾਹ ਦੇ ਹੀਰਿਆਂ ਦੇ ਨਾਲ ਜੜੀ ਹੋਈ ਜਿਗਾ ਜਿਹੜੀ ਵੈ ਸੋਭ ਰਹੀ ਹੈ। ਕਲਗੀ ਉਤੰਗ ਜਿਹ ਜਗਤ ਜੋਤ। ਤੇ ਕਲਗੀ ਪਾਤਸ਼ਾਹ ਦੇ ਸੀਸ ਉੱਪਰ ਐਨ ਖੜੀ ਹੋਈ ਲੱਗੀ, ਪਿਛਾਂ ਹਟਵੀਂ। ਉਹ ਕਲਗੀ ਦੇ ਉੱਪਰ ਸੋਹਣਾ ਹੀਰਾ ਚਾਂਦੀ ਸੋਨਾ ਲੱਗਾ ਹੋਣ ਕਰਕੇ ਬੜੀਆਂ ਲਿਸ਼ਕਾਂ ਪੈਂਦੀਆਂ ਨੇ। ਮੁਖ ਮੰਡਲ ਸ਼ੋਭਤ ਆਨੰਦ ਹੋਤ। ਤੇ ਸੋਹਣਾ ਚਿਹਰਾ ਸੁਨਹਿਰੀ ਰੰਗ ਹਰਗੋਬਿੰਦ ਸਾਹਿਬ ਮਹਾਰਾਜ ਦਾ ਸੋਭਾ ਪਾ ਰਿਹਾ। ਵੇਖ ਵੇਖ ਕੇ ਕਹਿੰਦੇ ਭੁੱਖ ਲੈ ਜਾਂਦੀ ਹੈ। ਕੁੰਡਲ ਸੁਡੋਲ ਗੋਲੈ ਕਪੋਲ। ਸੋਹਣੇ ਕੁੰਡਲ ਪਾਏ ਹੋਏ ਬੜੇ ਡੋਲੇ ਖਾਂਦੇ ਆ ਹਵਾ ਦੇ ਨਾਲ। ਸ਼ੋਭਤ ਅਮੋਲ ਜਬ ਹੋਤ ਲੋਲ। ਤੇ ਮਹਾਰਾਜ ਦੀਆਂ ਸੰਧੂਰੀ ਗੱਲਾਂ ਤੇ ਪਰਛਾਵਾਂ ਪੈਂਦਾ ਹੈ, ਅਮੋਲ ਸ਼ੋਭਾ ਹੋ ਰਹੀ ਹੈ। ਮੁਕਤਾ ਸੁਮਾਲ ਗਰ ਮੈਂ ਵਿਸ਼ਾਲ। 5 ਲੜੀਆ ਮੋਤੀਆਂ ਸੁੱਚਿਆਂ ਦਾ ਹਾਰ ਪਾਤਸ਼ਾਹ ਦੇ ਗਲੇ ਵਿੱਚ ਪਹਿਨਿਆ ਹੈ। ਭੁਜ ਦੰਡਨ ਅੰਗਦ ਦੁੱਤ ਉਜਾਲ। ਲੰਮੀਆਂ ਪਾਤਸ਼ਾਹ ਦੀਆਂ ਬਾਹਾਂ ਤੇ ਬਹੁਟੇ ਜਿਹੜੇ ਜਰੀਦਾਰ ਲਮਕਦੇ ਝਟਕਦਾਰ ਜਿਹੜੇ ਹਨ। ਹਾਟਕ ਜੜਾਵ ਕਰ ਕਟਕ ਪਾਏ। ਕੜੇ ਸੋਨੇ ਦੇ ਪਾਏ ਐ, ਸੋਨੇ ਦੇ ਕੜਿਆਂ ਭਾਰਿਆਂ ਦੇ ਵਿੱਚ ਸੁੰਦਰ ਨਗ ਜੜੇ ਹੋਏ ਹਨ। ਛਬ ਛਾਪ ਛਲਾਇਨ ਸਵੱਛ ਛਾਏ। ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੀਆਂ ਸਾਧ ਸੰਗਤ ਜੀ ਰਾਜਸੀ ਵੇਸ ਧਾਰਿਆ, ਛਾਪਾਂ ਛੱਲੇ ਹੱਥਾਂ ਵਿੱਚ ਸੋਭਾ ਪਾ ਰਹੇ ਹਨ। ਕਰ ਬੰਧਿਓ ਕੰਗਣਾ ਸ਼ੋਭ ਦੇਤ। ਹੱਥ ਦੇ ਉੱਪਰ ਬੰਨੇ ਹੋਏ ਗਾਨੇ ਸ਼ੋਭਾ ਪਾਉਂਦੇ ਹਵਾ ਨਾਲ ਝੂਲਦੇ ਹਨ। ਪਟ ਪੀਤ ਪਹਿਰ ਦੁੱਤ ਪਰਮ ਲੇਤ। ਤੋ ਕਵੀ ਜੀ ਕਹਿੰਦੇ ਜਿਹੜਾ ਪੀਲਾ ਬਸਤਰ ਮਹਾਰਾਜ ਨੇ ਪਹਿਨਿਆ ਹੋਇਆ, ਪੀਲਾ ਪਾਇਆ ਚੋਲਾ, ਸਾਰਾ ਸਰੀਰ ਗਹਿਣਿਆਂ ਨਾਲ ਲੱਦਿਆ, ਵੱਡਾ ਦਮਾਲਾ ਸੀਸ ਤੇ ਕਲਗੀ, ਕਲਗੀ ਹੇਠਾਂ ਜਿਗਾ ਲੱਗੀ ਹੋਈ ਹੈ।
ਐਨ ਸੋਭਾ ਪਾਉਂਦੀ ਹੈ, ਜਿਵੇਂ ਕਿਸੇ ਵੱਡੇ ਦੇਸ਼ ਦਾ ਰਾਜਾ ਖੜਾ ਹੋਵੇ। ਐਸੀ ਸੋਭਾ ਹਰਗੋਬਿੰਦ ਸਾਹਿਬ ਦੀ ਜਿਹੜਾ ਵੇਖਦਾ ਹੈ, ਵੇਖਦਾ ਰਹਿ ਜਾਂਦਾ, ਨਜ਼ਰ ਪੱਟਣ ਨੂੰ ਦਿਲ ਨਹੀਂ ਕਰਦਾ ਹੈ। ਚੁੱਲੇ ਅੰਤ ਛਤਰ ਫਿਰ ਤੇ ਫਿਰਾਏ, ਪਾਤਸ਼ਾਹ ਦੇ ਸੀਸ ਤੇ ਚੌਰ ਝੂਲਦਾ ਹੈ। ਸਿੱਖਾਂ ਵੱਲੋਂ ਛਤਰ ਮਹਾਰਾਜ ਦੇ ਸੀਸ ਤੇ ਪੁਨ੍ਹਾ ਫਰਾਏ ਜਾ ਰਹੇ ਹਨ। ਟੁਰੇ ਅੰਤ ਚੌਰ ਚਾਰੂ ਸੁਹਾਏ, ਚਿੱਟਾ ਚੌਰ ਝੂਲਦਾ ਸੀਸ ਤੇ ਛਤਰ ਝੂਲਦੇ ਹਰਗੋਬਿੰਦ ਸਾਹਿਬ ਦੇ ਬੜੀ ਸੋਭਾ ਪੈ ਰਹੀ ਹੈ। ਤਬ ਗਈ ਗੰਗਲੇ ਗੁਰ ਸਥਾਨ, ਆਪਣੇ ਪੁੱਤਰ ਨੂੰ ਮੱਥਾ ਟਿਕਾਉਣ ਵਾਸਤੇ, ਸੁੱਖ ਸੁਖਣ ਵਾਸਤੇ ਤੋ ਮਾਤਾ ਗੰਗਾ ਜੀ ਹਰਗੋਬਿੰਦ ਸਾਹਿਬ ਪਾਤਸ਼ਾਹ ਨੂੰ ਨਾਲ ਲੈ ਕਰਕੇ ਤੇ ਹਰਮੰਦਰ ਸਾਹਿਬ ਮੱਥਾ ਟੇਕਣ ਗਏ ਹੈ। ਇਸਤਰੀ ਸਮੂਹ ਮਿਲ ਕਰਤ ਗਾਨ, ਤੇ ਸਾਰੀਆਂ ਮਾਈਆਂ ਉੱਚੀ ਉੱਚੀ ਮਗਰ ਗੁਰਬਾਣੀ ਦੇ ਸ਼ਬਦ ਗਾ ਰਹੀਆਂ। ਧੰਨ ਗੁਰੂ ਹਰਗੋਬਿੰਦ ਸਾਹਿਬ ਮਾਤਾ ਗੰਗਾ ਜੀ ਮੱਥਾ ਟਿਕਾਉਣ ਵਾਸਤੇ ਹਰਮੰਦਰ ਸਾਹਿਬ ਪਹੁੰਚ ਰਹੇ ਬਰਾਤ ਦੇ ਚੜ੍ਹਨ ਤੋਂ ਪਹਿਲਾਂ। ਤਬ ਹਨੇ ਡੰਕ ਤੌਂਸਾ ਤੁੰਕਾਰ, ਸਭ ਪਾਸੇ ਜਿਹੜੇ ਵੈ ਤੋਂ ਨਫੀਰੀਆਂ ਵੱਜਦੀਆਂ, ਧੌਂਸਾਂ ਜਿਹੜੇ ਧੌਂਸੇ ਵਜਾਏ ਜਾ ਰਹੇ ਹਨ। ਡਫ ਪ੍ਰਣਵ ਪਟ ਹੈ ਤੁਨ ਪੀ ਉਦਾਰ, ਸੁੰਦਰ ਆਵਾਜ਼ ਧੁਨ ਆਉਂਦੀ, ਨਫੀਰੀਆਂ ਦੀ ਮਿੱਠੀ ਮਿੱਠੀ ਆਵਾਜ਼, ਛੋਟਿਆਂ ਵੱਡਿਆਂ ਨਗਾਰਿਆਂ ਦੀ ਬੜੀ ਸੁੰਦਰ ਸੋਭਾ ਛਾ ਰਹੀ ਹੈ। ਤੁਰਰੀ ਨਫੀਰ ਛੈਣੇ ਬਜੰਤ, ਕਿਧਰੇ ਛੈਣੇ ਵੱਜਦੇ ਐ, ਤੁਰੀਆਂ ਵੱਜਦੀਆਂ, ਨਫੀਰੀਆਂ ਵੱਜਦੀਆਂ, ਲਗੋਜੇ ਵੱਜਦੇ ਐ। ਗਨ ਢੋਲ ਬੰਸੁਰੀ ਧੁਨ ਉਠੰਤ, ਤੋ ਬੜੀ ਬੰਸਰੀਆਂ ਢੋਲਾਂ ਦੀ ਤੇ ਨਾਲ ਨਗਾਰਿਆਂ ਦੀ ਬੜੀ ਧੁਨ ਉਠਾਈ ਜਾ ਰਹੀ ਹੈ। ਬਹੁਤ ਚਾਰ ਚਫੇਰੇ ਖੁਸ਼ੀ ਦੇ ਗੀਤ ਗਾਏ ਜਾ ਰਹੇ ਨੇ। ਗਨ ਥਾਨ ਭਰੇ ਮੋਦਕ ਬਿਲੰਦ, ਜਦੋਂ ਮਾਤਾ ਗੰਗਾ ਜੀ ਧੰਨ ਗੁਰੂ ਰਾਮਦਾਸ ਮਹਾਰਾਜ ਦਾ ਆਸ਼ੀਰਵਾਦ ਲੈਣ ਵਾਸਤੇ ਪੁੱਤਰ ਸਾਹਿਬਜ਼ਾਦੇ ਨੂੰ ਬਰਾਤ ਚੜਾਉਣ ਤੋਂ ਪਹਿਲਾਂ ਹਰਮੰਦਰ ਸਾਹਿਬ ਮੱਥਾ ਟੇਕਣ ਜਾ ਰਹੇ ਹੈ, ਸਿੱਖਾਂ ਸੇਵਕਾਂ ਨੇ ਵੱਡੇ ਵੱਡੇ ਪਰਾਤੇ ਥਾਲ ਭਰੇ ਹੋਏ ਲੱਡੂਆਂ ਦੇ ਚੁੱਕੇ ਹੈ, ਮਹਾਰਾਜ ਦੀ ਦਰਸ਼ਨੀ ਭੇਟਾ ਵਾਸਤੇ ਲਿਜਾਏ ਜਾ ਰਹੇ ਹੈ। ਥਿਰ ਪੌਰ ਦਰਸ਼ਨੀ ਹਾਥ ਬੰਦ, ਦਰਸ਼ਨੀ ਡਿਉੜੀ ਤੇ ਜਾ ਕਰਕੇ ਮਾਤਾ ਗੰਗਾ ਦੀਆਂ ਹੱਥ ਬੰਨ ਕੇ ਨਮਸਕਾਰ ਕੀਤੀ ਹੈ। ਪੁਨ ਅਗਰ ਜਾਏ ਦਰਬਾਰ ਦੁਆਰ, ਫਿਰ ਥੋੜਾ ਅੱਗੇ ਜਾ ਕਰਕੇ ਦਰਬਾਰ ਸਾਹਿਬ ਦੇ ਵੱਡੇ ਦਰਵਾਜ਼ੇ ਤੇ ਕਰ ਨਮੋ ਤਹਾਂ ਬਿਨਤੀ ਉਚਾਰ, ਮਹਾਰਾਜ ਗੁਰੂ ਰਾਮਦਾਸ ਪਾਤਸ਼ਾਹ ਦੇ ਪਾਵਨ ਤਖਤ ਦੇ ਅੱਗੇ ਖੜ ਕੇ ਮਾਤਾ ਗੰਗਾ ਜੀ ਮੱਥਾ ਟੇਕਦੇ, ਹੱਥ ਜੋੜ ਕਰਕੇ ਨਾਲੇ ਆਪ ਅਰਦਾਸ ਕਰਦੇ ਐ ਤੇ ਨਾਲੇ ਸਿੱਖ ਤੋਂ ਅਰਦਾਸ ਕਰਵਾਉਂਦੇ ਹਨ। ਇਹ ਦਾਸ ਆਪ ਕੋ ਬਿਆਹ ਜਾਹੇ, ਮਾਤਾ ਗੰਗਾ ਜੀ ਅਰਦਾਸ ਕਰਦੇ, ਹੈ ਧੰਨ ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ, ਸੋਢੀ ਗੁਰੂ ਗਰੀਬ ਨਵਾਜ, ਮੇਰਾ ਪੁੱਤਰ ਹਰਗੋਬਿੰਦ ਸਾਹਿਬ ਤੁਹਾਡਾ ਦਾਸ ਹੈ, ਤੁਹਾਡਾ ਪੋਤਰਾ ਵੀ ਹੈ ਤੇ ਤੁਹਾਡਾ ਦਾਸ ਚਰਨਾਂ ਦੀ ਧੂੜ ਵੀ ਹੈ। ਇਹਦੇ ਤੇ ਮਿਹਰ ਭਰਿਆ ਹੱਥ ਰੱਖਣਾ। ਅੱਜ ਮਹਾਰਾਜ ਮੇਰੇ ਪੁੱਤਰ ਹਰਗੋਬਿੰਦ ਸਾਹਿਬ ਦਾ ਵਿਆਹ ਹੈ, ਬਰਾਤ ਚੜ੍ਹਨ ਲੱਗੀ ਆ, ਕਿਰਪਾ ਕਰਕੇ ਹੱਥ ਰੱਖ ਕੇ ਮਿਹਰ ਭਰਿਆ ਕਲਿਆਣ ਬਖਸ਼ਣੀ ਜੀ। ਤੁਮ ਹੋਏ ਸਹਾਏ ਦੇਹੋ ਕਨ ਦਾਹੇ, ਤੁਸੀਂ ਕਿਰਪਾ ਕਰਨੀ, ਵਿਘਨਾਂ ਦਾ ਨਾਸ਼ ਕਰਨਾ ਤੇ ਸਹਾਇਤਾ ਕਰਨੀ ਬਰਾਤ ਵਿੱਚ ਮੇਰੇ ਪੁੱਤਰ ਦੀ, ਕੋਈ ਵਿਘਨ ਨਾ ਪਵੇ ਪਾਤਸ਼ਾਹ ਮੇਰੇ ਪੁੱਤਰ ਦੇ ਆਨੰਦ ਕਾਰਜ ਵਿੱਚ। ਸਭ ਥਾਨ ਕਰੋ ਕਲਿਆਣ ਨਾਥ, ਹੇ ਗੁਰੂ ਰਾਮਦਾਸ ਜੀ, ਤੁਸੀਂ ਸੁਆਮੀ ਮਾਲਕ ਸਾਰੇ ਸੰਸਾਰ ਦੇ ਤੇ ਜੀਵਾਂ ਦੀ ਇੱਥੇ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ ਰੱਖਿਆ ਕਰਨ ਵਾਲੇ ਹੋ। ਨਿਸ ਦਿਓ ਸੁਦਾਸ ਕੇ ਹੋਏ ਸਾਥ, ਦਿਨ ਰਾਤ ਆਪਦੇ ਦਾਸਾਂ ਸਿੱਖਾਂ ਭਗਤਾਂ ਦੇ ਸੰਗ ਰਹਿਣ ਵਾਲੇ ਹੋ। ਸੁਖ ਸੰਗ ਵਿਆਹ ਕੇ ਸਦਨ ਆਏ, ਮੇਰਾ ਪੁੱਤਰ ਘੋੜੀ ਚੜੇ, ਬਰਾਤ ਚੜੇ ਤੇ ਨੂੰਹ ਲੈ ਕਰਕੇ ਸੁਖੀ ਸਾਂਦੀ ਘਰ ਵਿੱਚ ਵਾਪਸ ਮੁੜ ਆਵੇ। ਤੁਮ ਟਿਗ ਕਰਾਹੋ ਬਹੁ ਤਬ ਚੜਾਏ, ਤੇ ਜਦੋਂ ਮੇਰਾ ਪੁੱਤਰ ਨੂੰਹ ਲੈ ਕਰਕੇ ਆਵੇਗਾ, ਵਿਆਹ ਹੋਣ ਤੋਂ ਉਪਰੰਤ ਬਰਾਤ ਮੁੜ ਢੁੱਕ ਜਾਵੇਗੀ ਘਰ। ਹੇ ਗੁਰੂ ਰਾਮਦਾਸ ਜੀ, ਮੈਂ ਤੁਹਾਡੇ ਚਰਨਾਂ 'ਚ ਅਰਦਾਸ ਕਰਦੀ ਹਾਂ ਵੀ ਖੁੱਲਾ ਕੜਾਹ ਪ੍ਰਸ਼ਾਦੀ ਦੇਗ ਜਿਹੜੀ ਤੁਹਾਡੇ ਘਰ ਤੇ ਕਰਵਾਈ ਜਾਵੇਗੀ, ਪੰਚਮ ਕੜਾਹ ਪ੍ਰਸ਼ਾਦੀ ਦੇਗ ਚੜਾ ਕਰਕੇ ਅਰਦਾਸੇ ਕਰਾਂਗੇ। ਇਮ ਪੁੱਤਰ ਸ਼੍ਰੇਯ ਹਿਤ ਗੰਗ ਪਾਖ, ਇਸ ਤਰ੍ਹਾਂ ਸਾਧ ਸੰਗਤ ਜੀ ਮਾਤਾ ਗੰਗਾ ਜੀ ਗੁਰੂ ਰਾਮਦਾਸ ਪਾਤਸ਼ਾਹ ਦੇ ਘਰ ਦਾ ਆਸਰਾ ਤੱਕ ਕੇ ਅਰਦਾਸ ਕਰਦੇ ਐ। ਕੀਤਾ ਲੋੜੀਐ ਕੰਮ ਸੋ ਹਰ ਪਹਿ ਆਖੀਐ, ਕਾਰਜ ਦੇਹ ਸਵਾਰ ਸਤਿਗੁਰ ਸੱਚ ਸਾਖੀਐ। ਗੁਰੂ ਰਾਮਦਾਸ ਕਿਰਪਾ ਕਰਨੀ ਮਹਾਰਾਜ ਜੀ, ਮੇਰਾ ਪੁੱਤਰ ਘੋੜੀ ਚੜ੍ਹੇ ਤੇ ਸੁੱਖਾਂ ਦੇ ਨਾਲ ਬਰਾਤ ਦੀ ਵਾਪਸੀ ਹੋਵੇ, ਮੈਂ ਕੜਾਹ ਪ੍ਰਸ਼ਾਦੀ ਦੇਗ ਤੇਰੇ ਪਾਵਨ ਦਰਬਾਰ ਤੇ ਕਰਾਵਾਂ। ਇਸ ਤਰ੍ਹਾਂ ਮਾਤਾ ਗੰਗਾ ਜੀਆਂ ਗੁਰੂ ਰਾਮਦਾਸ ਮਹਾਰਾਜ ਦੇ ਪਾਤਸ਼ਾਹ
ਦੇ ਚਰਨਾਂ ਵਿੱਚ ਪੁੱਤਰ ਦੀ ਅਰਦਾਸ ਕੀਤੀ ਹੈ। ਗੁਰਦਾਸਨ ਕੀ ਪੁਰਵਤ ਪੇਲਾਖ, ਗੁਰੂ ਰਾਮਦਾਸ ਜੀ ਸਿੱਖਾਂ ਦਾਸਾਂ ਦੀ ਸਦਾ ਇੱਛਾ ਪੂਰਦੇ ਹਨ। ਪੁਨ ਦੀਨ ਪ੍ਰਦਛਨ 4 ਬਾਰ, ਫਿਰ ਸਾਧ ਸੰਗਤ ਜੀ 4 ਪਰਿਕਰਮਾ ਮਾਤਾ ਗੰਗਾ ਦੀਆਂ ਹਰਮੰਦਰ ਸਾਹਿਬ ਦੀਆਂ ਕੀਤੀਆਂ ਸਿੱਖਾਂ ਸਮੇਤ। ਚਹੂ ਔਰ ਨਮਰ ਹੈ ਭਾਉ ਤਾਰ, ਤੇ ਚਾਰੇ ਦਰਵਾਜ਼ਿਆਂ ਤੇ ਮਾਤਾ ਗੰਗਾ ਜੀ ਨੇ ਮੱਥੇ ਟੇਕੇ ਆ। 4 ਪਰਿਕਰਮਾ ਤੇ ਚਾਰੇ ਦਰਵਾਜ਼ਿਆਂ ਤੇ ਖੜ ਖੜ ਕੇ ਡਿਉੜੀਆਂ ਤੇ ਮੱਥੇ ਟੇਕੇ ਆ, ਸੀਸ ਨਵਾਏ ਹਨ। ਸਤਿਗੁਰ ਮਨਾਏ ਲੈ ਤਨਜ ਸੰਗ, ਤੇ ਨਾਲ ਸਾਧ ਸੰਗਤ ਜੀ ਪੁੱਤਰ ਹਰਗੋਬਿੰਦ ਸਾਹਿਬ ਨਾਲ ਹੈ ਤੇ ਮਾਤਾ ਨੇ ਗੁਰੂ ਰਾਮਦਾਸ ਮਹਾਰਾਜ ਦੀ ਪੂਜਾ ਕੀਤੀ, ਮਨਾਉਣਾ ਕੀਤਾ, ਇਸ ਤਰ੍ਹਾਂ ਆਰਾਧਨ ਕੀਤਾ ਹੈ। ਹਿਤ ਬਰਾਤ ਚੜਾਵਨ ਗਮਨ ਗੰਗ, ਫਿਰ ਇੱਥੋਂ ਸਾਧ ਸੰਗਤ ਜੀ ਵਿਦਿਆ ਲੈ ਕੇ ਮਾਤਾ ਗੰਗਾ ਜੀ ਪੁੱਤਰ ਨੂੰ ਬਰਾਤ ਚੜਾਉਣ ਵਾਸਤੇ ਫਿਰ ਜਿੱਥੇ ਗੁਰੂ ਕੇ ਮਹਿਲ ਥਾਂ ਹੈ ਨਾ, ਇੱਥੋਂ ਬਰਾਤ ਚੜੀ ਸੀ ਗੁਰੂ ਹਰਗੋਬਿੰਦ ਸਾਹਿਬ ਦੀ, ਫਿਰ ਉਸ ਪਾਸੇ ਚਲੇ ਗਏ ਹਨ। ਪੁਰ ਬਹਿਰ ਜਾਏ ਗਨ ਸੰਗ ਨਾਰ, ਜਾਂ ਕੋ ਪਿੰਡ ਦੇ ਬਾਹਰੋਂ ਗੁਰੂ ਹਰਗੋਬਿੰਦ ਸਾਹਿਬ ਦੀ ਬਰਾਤ ਚੜ ਰਹੀ, ਕਿਉਂਕਿ ਸ਼ਹਿਰ ਵਿੱਚ ਇੰਨਾ ਥਾਂ ਨਹੀਂ ਇੱਥੋਂ ਬਰਾਤ ਚੜ ਸਕੇ। ਲੱਖਾਂ ਦੀ ਗਿਣਤੀ ਵਿੱਚ ਸਿੱਖ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਬਰਾਤ ਜਾ ਰਹੇ ਹੈ। ਤੋ ਨਗਰ ਦੇ ਬਾਰ ਮਾਈਆਂ ਦੇ ਸਮੇਤ ਹਰਗੋਬਿੰਦ ਸਾਹਿਬ ਨੂੰ ਨਾਲ ਲੈ ਕਰਕੇ ਧੰਨ ਮਾਤਾ ਗੰਗਾ ਜੀ ਚੱਲੇ ਹਨ। ਬਾਦਤ ਬਜੰਤ ਤੁਨ ਏਕ ਸਾਰ, ਆ ਧੁਨ ਵੱਜਦੀ ਹੈ ਨਗਾਰਿਆਂ ਦੀ ਇੱਕ ਸਾਰ, ਬਹੁਤ ਸੁੰਦਰ ਆਵਾਜ਼ਾਂ ਆਉਂਦਾ ਹੈ। ਵਾਹਨ ਅਨੇਕ ਨਿਕ ਸੰਤ ਚਾਰ, ਉਹ ਸਾਧ ਸੰਗਤ ਜੀ ਬੜੇ ਸੁੰਦਰ ਜਿਹੜੇ ਵੈ ਵਾਹਣ, ਕਿਧਰੇ ਗੱਡੇ ਰੱਥ ਜਿਹੜੇ ਵੈ ਘੋੜੇ ਸ਼ਿੰਗਾਰੇ ਹੋਏ ਤੇ ਐਨ ਡਾਰਾਂ ਬਨ ਕੇ ਲੈਣਵਾਰ ਨਗਰ ਤੋਂ ਬਾਹਰ ਖੜੇ ਕਰ ਦਿੱਤੇ ਐ ਬਰਾਤ ਦੀ ਤਿਆਰੀ ਵਾਸਤੇ। ਸਯੰਦਨ ਸੁਰੰਗ ਦਰਸੋਂ ਉਛਾਰ, ਜਿਹੜੇ ਜਰੀਦਾਰ ਲੜਕਦੇ ਕੱਪੜੇ ਖੀਣ ਖਾਬ ਦੇ ਨਾਲ ਕੱਜੇ ਹੋਏ ਸੋਹਣੇ ਸੂਹੇ ਜਿਹੜੇ ਰੱਥ ਬਣਾਏ ਹੋਏ ਐ, ਉਹ ਵੀ ਐਨ ਤਿਆਰ ਕਰਕੇ ਖੜੇ ਕਰ ਦਿੱਤੇ ਹਨ। ਕਿਸ ਹੂੰ ਤੁਰੰਗ ਕਿਸ ਬ੍ਰਿਖ ਬਜੋਰ, ਸਾਧ ਸੰਗਤ ਜੀ ਗੱਡਿਆਂ ਦੇ ਅੱਗੇ ਬਲਦ ਲੱਗੇ ਐ, ਬਲਦ ਵੀ ਸ਼ਿੰਗਾਰੇ ਹੋਏ ਐ, ਤੇ ਜਿਹੜੇ ਰੱਥ ਹੈ ਰਥਾਂ ਦੇ ਅੱਗੇ ਸੋਹਣੇ ਘੋੜੇ ਲੱਗੇ ਹੋਏ ਐ, ਘੋੜੇ ਵੀ ਸੋਨੇ ਚਾਂਦੀ ਦੇ ਨਾਲ ਸ਼ਿੰਗਾਰੇ ਹੋਏ। ਮੇਰੇ ਪਾਤਸ਼ਾਹ ਪਰਮੇਸ਼ਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਬਰਾਤ ਦਾ ਐਸਾ ਸੁੰਦਰ ਕੌਤਕ ਤਿਆਰਾ ਹੋ ਰਿਹਾ ਹੈ। ਜਿਨ ਕੇਰ ਪੁਸ਼ਟ ਤਨ ਮਹਿਦ ਜੋਰ, ਤਿਆਰ ਘੋੜੇ ਖੜੇ ਹੋਏ ਐ, ਬਲਦ ਵੀ ਪੂਰੇ ਹਟੇ ਕੱਟੇ ਗੱਡਿਆਂ ਦੇ ਅੱਗੇ ਲਾਏ ਹਨ। ਘੰਟੇ ਠਣੰਕ ਕੁੰਗਰ ਚਣੰਕ, ਗੱਡਿਆਂ ਤੇ ਰੱਥਾਂ ਨੂੰ ਘੰਟੀਆਂ ਖੜਕਦੀਆਂ ਨੇ, ਛਣਕਾਰਾ ਪੈਂਦਾ ਹੈ, ਘੋੜਿਆਂ ਦੇ ਪੈਰਾਂ ਵਿੱਚ ਘੁੰਗਰੂ ਛਣਕਦੇ ਹਨ। ਪ੍ਰੇਰਕ ਸਬਿਦਿ ਤੋਰਤ ਨਿਸ਼ੰਕ, ਜਿਹੜੇ ਰੱਥ ਚਲਾਉਣ ਵਾਲੇ ਤੇ ਗੱਡੇ ਚਲਾਉਣ ਵਾਲੇ ਬੜੇ ਸਿਖਾਏ ਹੋਏ ਐ, ਬਹੁਤ ਸਿਆਣੇ ਸੂਝਵਾਨ ਬੰਦੇ ਬੈਠੇ ਐ, ਜਿਨ੍ਹਾਂ ਗੱਡੇ ਧੱਕਣੇ ਆ ਜਾਂ ਲੈ ਕੇ ਜਾਣੇ ਆ, ਜਿਨ੍ਹਾਂ ਰੱਥ ਚਲਾਉਣੇ ਹਨ। ਬਹੁ ਬਹਿਲ ਬੇਗ ਤੇ ਚੱਲ ਬਿਲੰਦ, ਤੇ ਬੜੀ ਤੇਜ਼ੀ ਦੇ ਨਾਲ ਸਾਧ ਸੰਗਤ ਜੀ ਹਰਗੋਬਿੰਦ ਸਾਹਿਬ ਬਰਾਤ ਮਹਾਰਾਜ ਅਜੇ ਚੜ੍ਹਨੀ ਹੈ ਘੋੜੀ, ਪਰ ਉਸ ਤੋਂ ਪਹਿਲਾਂ ਥਾਂ ਨਗਰ ਦੇ ਵਿੱਚ ਹੁਣ ਬਰਾਤ ਦਾ ਇਕੱਠ ਬਹੁਤ ਹੈ। ਜਿਵੇਂ ਉਹ ਸਵਾਰੀਆਂ ਰੱਥਾਂ ਵਿੱਚ ਪੂਰੀਆਂ ਹੋਈ ਜਾਂਦੀਆਂ, ਉਹ ਜਿਹੜਾ ਭਰ ਜਾਂਦਾ ਰੱਥ ਉਹ ਤੋਰ ਦਿੱਤਾ ਜਾਂਦਾ, ਅੱਗੇ ਦੀ ਅੱਗੇ ਤੁਰੇ ਜਾਂਦੇ ਆ ਸਵਾਰੀਆਂ ਬਹੁਤ ਤੇਜ਼ੀ ਨਾਲ। ਅੰਮ੍ਰਿਤਸਰ ਸ਼ਹਿਰ ਵਿੱਚੋਂ ਸਵਾਰੀਆਂ ਨਿਕਲ ਰਹੀਆਂ ਹਨ। ਸੁੰਦਰ ਸ਼ਿੰਗਾਰ ਪਿਖ ਦੇ ਆਨੰਦ, ਵੇਖ ਕੇ ਆਨੰਦ ਆਉਂਦਾ। ਸੁੰਦਰ ਸ਼ਿੰਗਾਰੇ ਹੋਏ ਗੱਡੇ ਬਲਦ ਘੋੜੇ ਰੱਥ ਜਿਹੜੇ ਹਰਗੋਬਿੰਦ ਸਾਹਿਬ ਦੀ ਬਰਾਤ ਵਿੱਚ ਲੱਗੇ ਹਨ। ਨਿਕਸੇ ਕਿਤੇ ਕਚੜ ਕਰ ਤੁਰੰਗ, ਇਸ ਤਰ੍ਹਾਂ ਸਾਧ ਸੰਗਤ ਜੀ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਮਹਾਰਾਜ ਦੀ ਬਰਾਤ ਜਿਵੇਂ ਚੜ੍ਹੀ, ਉਹ ਆਪਾਂ ਕੱਲ ਵਿਚਾਰਾਂਗੇ, ਸਮਾਂ ਤਕਰੀਬਨ ਹੋ ਗਿਆ ਹੈ। ਤੋ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀਆਂ ਨੇ ਸਾਰਿਆਂ ਸਿੱਖਾਂ ਨੂੰ, ਜਿਵੇਂ ਭਾਈ ਬਿਧੀ ਚੰਦ ਵਰਗੇ, ਪੈੜਾ ਭਾਈ ਪੁਰਾਣਾ ਜੀ, ਉਮਰ ਸ਼ਾਹ, ਇਹਨਾਂ ਸਾਰਿਆਂ ਸਿੱਖਾਂ ਨੂੰ ਤੋ ਬੜੇ ਸਤਿਕਾਰ ਨਾਲ ਬਰਾਤ ਵਾਸਤੇ ਇੱਕ ਰੱਥ ਦਿੱਤਾ ਵੀ ਤੁਸੀਂ ਸ਼ਾਨੋ ਸ਼ੌਕਤ ਨਾਲ ਪਹੁੰਚੋ। ਧੰਨ ਬਾਬਾ ਬੁੱਢਾ ਸਾਹਿਬ ਜੀ, ਭਾਈ ਗੁਰਦਾਸ ਸਾਹਿਬ ਜੀ ਵਰਗੇ ਤੇ ਪਾਤਸ਼ਾਹ ਇਹਨਾਂ ਦੇ ਨਾਲ ਆਪ ਸਾਧ ਸੰਗਤ ਦੀ ਸੁੰਦਰ ਪਾਲਕੀ ਵਿੱਚ ਚੜ੍ਹ ਕੇ ਗਏ। ਨਾਲ ਜਿਹੜੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਜਿੰਨੇ ਰਿਸ਼ਤੇਦਾਰ ਹੈ ਸਾਰਿਆਂ ਨੂੰ ਪਾਤਸ਼ਾਹ ਨੇ ਪਹਿਲਾਂ ਤੋਰਿਆ, ਬਰਾਤ ਤੋਰੀ, ਤੇ ਸਾਰਿਆਂ ਤੋਂ ਪਿੱਛੋਂ ਗੁਰੂ ਅਰਜਨ ਦੇਵ ਪਾਤਸ਼ਾਹ ਆਪ ਗਏ। ਜਿਵੇਂ ਫਿਰ ਰਸਤੇ ਵਿੱਚ ਟਿਕਾ ਕਰਦੀ ਹੋਈ ਪੜਾਅ ਕਰਦੀ ਬਰਾਤ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਸੁਲਤਾਨਪੁਰ ਸਾਹਿਬ ਦੇ ਲਾਗੇ ਡੱਲੇ ਨਗਰ ਵਿੱਚ ਪਹੁੰਚੀ, ਬਾਬਾ ਨਰੈਣ ਦਾਸ ਦੀ ਘਰ ਵਿੱਚ। ਉੱਥੋਂ ਦਾ ਜਿਵੇਂ ਮਾਹੌਲ ਕਵੀ ਸੰਤੋਖ ਸਿੰਘ ਸਾਹਿਬ ਜੀਆਂ ਨੇ
ਰਚਨਾ ਕੀਤਾ, ਲਿਖਣਾ ਖਿੱਚਣਾ ਕੀਤਾ, ਉਹ ਆਪਾਂ ਅਗਲੇ ਦੀਵਾਨ ਵਿੱਚ ਸੁਣਾਂਗੇ ਜੀ। ਹੋਈਆਂ ਭੁੱਲਾਂ ਦੀ ਖਿਮਾ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਪ ਸਾਰੀ ਸੰਗਤ ਦੇ ਦਰ ਹਾਜ਼ਰੇ ਪ੍ਰਵਾਨ ਕਰਨ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਘੰਟੇ ਠਣੰਕ ਕੁੰਗਰ ਚਣੰਕ, ਪ੍ਰੇਰਕ ਸਬਿਦਿ ਤੋਰਤ ਨਿਸ਼ੰਕ। ਬਹੁ ਬਹਿਲ ਬੇਗ ਤੇ ਚਲ ਬਿਲੰਦ, ਸੁੰਦਰ ਸਿੰਗਾਰ ਪਿਖ ਦੇ ਆਨੰਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।